ਸਿੰਗਲਾ ਸਲਿਮਿੰਗ ਕਲੀਨਿਕ ਨੇ ਮੋਹਾਲੀ ਦੇ ਸੈਕਟਰ 117 에ਅਰਪੋਰਟ ਰੋਡ ਵਿੱਚ ਆਪਣੀ ਬ੍ਰਾਂਚ ਖੋਲ੍ਹਣ ਦਾ ਐਲਾਨ ਕੀਤਾ। ਇਸ ਮੌਕੇ ਬੋਲਦਿਆਂ ਡਾਕਟਰ ਅੰਜੂ ਸਿੰਗਲਾ ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਲੁਧਿਆਣਾ, ਜਲੰਧਰ ਅਤੇ ਫਿਰੋਜ਼ਪੁਰ ਵਿੱਚ ਸਫਲਤਾਪੂਰਵਕ 3 ਬ੍ਰਾਂਚਾਂ ਚਲਾਉਣ ਤੋਂ ਬਾਅਦ ਸਿੰਗਲਾ ਸਲਿਮਿੰਗ ਕਲੀਨਿਕ ਨੇ ਮੋਹਾਲੀ ਵਿੱਚ ਆਪਣੀ ਚੌਥੀ ਬ੍ਰਾਂਚ ਖੋਲ੍ਹੀ ਹੈ ਤੇ ਜਲਦ ਹੀ ਪੰਜਾਬ ਦੇ ਹੋਰ ਸ਼ਹਿਰਾਂ ਦੇ ਨਾਲ-ਨਾਲ ਚੰਡੀਗੜ੍ਹ, ਪੰਚਕੂਲਾ, ਅੰਮ੍ਰਿਤਸਰ, ਪਟਿਆਲਾ, ਪਠਾਨਕੋਟ, ਬਠਿੰਡਾ ਅਤੇ ਹੋਰ ਕਈ ਸ਼ਹਿਰਾਂ ਵਿੱਚ ਆਪਣੀਆਂ ਬ੍ਰਾਂਚਾਂ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹਨਾਂ ਨੇ ਦੱਸਿਆ ਕਿ ਵੱਖ-ਵੱਖ ਭਾਰ ਘਟਾਉਣ ਦੇ ਕੇਸਾਂ ਜਿਵੇਂ ਕਿ 1 ਮਹੀਨੇ ਵਿੱਚ 15 ਕਿਲੋ ਅਤੇ 13 ਮਹੀਨਿਆਂ ਵਿੱਚ 95 ਕਿਲੋਗ੍ਰਾਮ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਨਮਾਨਿਤ ਕੀਤਾ ਗਿਆ ਹੈ। ਆਓ ਵੇਖਦੇ ਹਾਂ ਪੂਰੀ ਰਿਪੋਰਟ। ਸਰ ਦਿਸ ਟੈਕਨੋਲੋਜੀ ਜਿਸ ਨੂੰ ਕੂਲ ਸਕਲਪਿੰਗ ਦੇ ਨਾਮ ਤੇ ਮਸ਼ਹੂਰ ਹੈ, ਬਟ ਸਿੰਗਲਾ ਸਲਿਮਿੰਗ ਕਲੀਨਿਕ ਫਿਰੋਜ਼ਪੁਰ 'ਚ ਰਹਿੰਦੇ ਹੋਏ ਲੋਕਾਂ ਨੇ ਬਹੁਤ ਲੇਟ ਨਾਮ ਸੁਣਿਆ ਹੈ ਕੂਲ ਸਕਲਪਿੰਗ ਦਾ। ਸਿੰਗਲਾ ਸਲਿਮਿੰਗ ਕਲੀਨਿਕ 2013 ਦੇ ਵਿੱਚ ਕੂਲ ਸਕਲਪਿੰਗ ਮਸ਼ੀਨ ਫਿਰੋਜ਼ਪੁਰ ਦੇ ਵਿੱਚ ਲਿਆਇਆ ਸੀਗਾ, ਜਿਸ ਨਾਲ ਐਡਵਾਂਸ ਮਾਡਲ ਹੈ। ਬਟ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਟੈਕਨੋਲੋਜੀਜ਼ ਆ ਗਈਆਂ, ਉਹਦੇ ਬਾਰੇ ਮੈਂ ਤੁਹਾਨੂੰ ਨਹੀਂ ਸਰ ਥੋੜਾ ਪਿੱਛੇ ਹੋ ਜਾਓ ਤੁਸੀਂ ਆਪ नाम सर दिस वन ये मैजिक टेक टेक्नोलॉजी है। ये दुनिया की आज की सबसे एडवांस टेक्नोलॉजी है, चाहे अमेरिका में जाओ, लंदन में जाओ, इससे एडवांस कोई टेक्नोलॉजी नहीं है। ये वेट कम करने के साथ साथ इंचीज भी लॉस करती है। ये हमारी जो अब तक की सबसे एडवांस टेक्नोलॉजी। ठीक है सर, ਅਸੀਂ ਬੇਸਿਕਲੀ ਦਾ ਪ੍ਰੋਫੈਸ਼ਨਲ ਡਾਕਟਰ ਹਾਂ। वेट लॉस ਦਾ ਬੇਸਿਕਲੀ ਸਿੰਗਲਾ ਸਲਿਮਿੰਗ ਕਲੀਨਿਕ ਅਸੀਂ 2003 ਤੋਂ ਚਲਾ ਰਹੇ ਹਾਂ। ਇਹਦੇ 'ਚ ਬੇਸਿਕ ਕੀ ਸੀਗਾ ਵੀ ਅਸੀਂ ਕੁਛ ਨया ਕਨਸੈਪਟ ਲੈ ਕੇ ਆਏ ਸੀਗੇ। ਆਮ ਤੌਰ 'ਤੇ ਜਦੋਂ ਵੇਟ ਘਟਾਉਂਦੇ ਸੀ ਲੋਕ ਤਾਂ ਬੜੇ ਪਰੇਸ਼ਾਨ ਰਹਿੰਦੇ ਸੀ, ਕੋਈ ਐਕਸਰਸਾਈਜ਼ ਕਰਦਾ ਸੀ, ਕੋਈ ਹਰਬਲ ਪ੍ਰੋਡਕਟਸ ਖਾਂਦਾ ਸੀਗਾ। ਬਟ ਅਸੀਂ ਨਵਾਂ ਕਨਸੈਪਟ ਲੈ ਕੇ ਆਏ। ਜਦੋਂ ਅਸੀਂ 2003 'ਚ ਨਵਾਂ ਕਨਸੈਪਟ ਫਿਰੋਜ਼ਪੁਰ ਦੇ ਵਿੱਚ ਲੈ ਕੇ ਆਏ ਤੇ ਲੋਕਾਂ ਨੇ ਸਾਨੂੰ ਬੜਾ ਕਿਹਾ ਯਾਰ ਕਿ ਤੁਸੀਂ ਚੱਕ ਲਿਆ ਹੋ, ਇੱਦਾਂ ਕਿਵੇਂ ਹੋ ਸਕਦਾ। ਤੇ ਅਸੀਂ ਉਹਦੀ ਪ੍ਰੋਪਰ ਟ੍ਰੇਨਿੰਗ ਲੈ ਕੇ ਪ੍ਰੋਪਰ ਚੀਜ਼ਾਂ ਨੂੰ ਫੋਲੋ ਕਰਕੇ ਤੇ ਅਸੀਂ ਉਹਦਾ ਵੇਟ ਘਟਾਉਣਾ ਸ਼ੁਰੂ ਕੀਤਾ। ਤੇ ਐਵਰੇਜ ਵੇਟ ਜਦੋਂ ਅਸੀਂ ਸਟਾਰਟ ਕੀਤਾ 2003 'ਚ ਅਸੀਂ ਐਵਰੇਜ ਵੇਟ ਪੇਸ਼ੈਂਟ ਨੂੰ ਬੋਲਦੇ ਹਾਂ 5 ਤੋਂ 12 ਕਿਲੋ ਵੇਟ ਸ਼ੋਰ ਹੁੰਦਾ ਮਹੀਨੇ 'ਚ ਘਟਦਾ। ਬਟ ਇਹਦੇ ਕੁਝ ਨੋਰਮਸ ਹੈ, ਉਹ ਪੇਸ਼ੈਂਟ ਨੂੰ ਫੋਲੋ ਕਰਨੇ ਪੈਂਦੇ ਆ। ਸਿੰਗਲਾ ਸਲਿਮਿੰਗ ਕਲੀਨਿਕ ਕਿਸੇ ਵੀ ਬਿਨਾਂ ਐਕਸਰਸਾਈਜ਼ ਤੋਂ, ਬਿਨਾਂ ਮੈਡੀਸਨ ਤੋਂ ਐਂਡ ਬਿਨਾਂ ਸਰਜਰੀ ਤੋਂ ਵੇਟ ਘਟਾਉਂਦਾ ਹੈ। ਕਿਸੇ ਵੀ ਪੇਸ਼ੈਂਟ ਨੂੰ ਕੁਝ ਵੀ ਐਫਰਟਸ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਸਾਡੇ ਕੋਲ ਜਰਮਨ ਇੰਟਰਨੈਸ਼ਨਲ ਟੈਕਨੋਲੋਜੀਜ਼ ਹੈ, ਐਡਵਾਂਸ ਟੈਕਨੋਲੋਜੀਜ਼ ਹੈ, ਜਿਹਦੇ ਥਰੂ ਅਸੀਂ ਵੇਟ ਘਟਾਉਂਦੇ ਹਾਂ। ਕੁਝ ਮੈਡੀਕਲ ਇਸ਼ੂਜ਼ ਹੁੰਦੇ ਅਸੀਂ ਉਹ ਨਾਲ ਸੌਰਟ ਆਊਟ ਕਰਦੇ ਹਾਂ। ਪਲੱਸ ਕੁਝ ਸਾਡਾ ਡਾਈਟਸ ਦਾ ਸਿਨੈਰੀਓ ਰਹਿੰਦਾ, ਜਿਹੜਾ ਕਿਸੇ ਡਾਈਟ ਦਾ ਸਿਨੈਰੀਓ ਫੋਲੋ ਕਰਾਣੇ ਆਪਣੇ ਅਕੋਰਡਿੰਗ, ਜਿਹੜਾ ਕਿ ਨੋਰਮਸ ਹੁੰਦੇ ਆ ਉਹ ਫੋਲੋ ਕਰਕੇ ਪੇਸ਼ੈਂਟ ਜਿਹੜਾ ਹੈਗਾ ਉਹ ਅੱਛਾ ਵੇਟ ਘਟਾਉਂਦਾ। ਲੱਗਦਾ ਤੁਹਾਨੂੰ ਮਤਲਬ ਤੁਸੀਂ ਇਸ ਕੰਮ 'ਚ ਸਕਸੈਸ ਹੋਗੇ, ਕਿਉਂਕਿ ਜਿਸ ਤਰ੍ਹਾਂ ਮੋਟਾਪਾ ਵੱਧ ਰਿਹਾ ਤੇ ਰੋਜ਼ਾਨਾ ਟੀਵੀ ਤੇ ਬੜੇ ਯੋਗਾ ਮਤਲਬ ਐਕਸਪਰਟ ਨੇ ਉਹ ਦੱਸਦੇ ਨੇ ਕਿ ਐਕਸਰਸਾਈਜ਼ ਤੋਂ ਮਸਟ ਹੈ ਜੇ ਮੋਟਾਪਾ ਘਟਾਉਣਾ। ਤੁਸੀਂ ਦਾਵਾ ਕਰ ਰਹੇ ਹੋ ਕਿ ਐਕਸਰਸਾਈਜ਼ ਵੀ ਨਹੀਂ ਕਰਨੀ, ਦਵਾਈ ਵੀ ਨਹੀਂ। ਜੀ ਮੈਂ ਬਿਲਕੁਲ ਅੱਛਾ ਜਵਾਬ ਦਊਂਗਾ ਤੁਹਾਨੂੰ ਇਹਦਾ ਵੀ। ਜਦੋਂ ਬੇਸਿਕਲੀ ਇਹ ਗੱਲ ਸਮਝਣ ਦੀ ਗੱਲ ਹੈ, ਜਿਵੇਂ ਕਿ ਅੱਜ ਕੱਲ੍ਹ ਸਮਾਰਟ ਵਰਕ ਦਾ ਟਾਈਮ ਹੈ ਤੇ ਹਾਰਡ ਵਰਕ ਦਾ ਨਹੀਂ, ਇਹ ਗੱਲ ਤਾਂ ਆਪਾਂ ਸਮਝਦੇ ਹਾਂ। ਇਸੇ ਤਰ੍ਹਾਂ ਹਰ ਸੈਕਟਰ ਦੇ ਵਿੱਚ ਮੈਕਸੀਮਮ ਐਡਵਾਂਸ ਚੀਜ਼ਾਂ ਆਈਆਂ। ਪਹਿਲਾਂ ਆਪਾਂ ਪੈਦਲ ਜਾਂਦੇ ਸੀ, ਸਾਈਕਲ 'ਤੇ ਆਏ, ਫਿਰ ਆਪਾਂ ਸਕੂਟਰ ਕਾਰਾਂ 'ਤੇ ਆਏ, ਫਿਰ ਹਵਾਈ ਜਹਾਜ਼ ਰੌਕਟ 'ਤੇ ਆਏ। ਇਸੇ ਤਰ੍ਹਾਂ ਪਹਿਲਾਂ ਆਪਰੇਸ਼ਨ ਕਰਨ ਲੱਗੇ ਡਾਕਟਰ ਚੀਰਾ ਲਗਾਉਂਦੇ ਸੀਗੇ ਬਲੇਡ ਨਾਲ, ਉਦੋਂ ਬਾਅਦ ਪੇਟ ਖੋਲ੍ਹਦੇ ਸੀ ਫਿਰ ਆਪਰੇਟ ਕਰਦੇ ਸੀ। ਅੱਜ ਕੱਲ੍ਹ ਲੈਪਰੋਸਕੋਪੀ ਦੇ ਨਾਲ ਐਡਵਾਂਸ ਹੋ ਜਾਂਦਾ ਹੈ, ਜਿਹਦੇ ਵਿੱਚ ਕਿ ਵਜ਼ਨ ਦਾ ਘਟਣਾ ਜਾਂ ਵਜ਼ਨ ਦਾ ਵਧਣਾ ਜਿਸ ਨਾਲ ਮੈਡੀਕਲ ਇਸ਼ੂਜ਼ ਹੈ। ਅਗਰ ਕਿਸੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੁੰਦੀ ਹੈ, ਥਾਇਰਾਇਡ ਹੋ ਜਾਣਾ, ਸ਼ੂਗਰ ਹੋ ਜਾਣਾ, ਐਨੀ ਮੈਡੀਕਲ ਪ੍ਰੋਬਲਮਸ, ਆਪਾਂ ਡਾਕਟਰ ਕੋਲੇ ਜਾਣਾ ਪਸੰਦ ਕਰਦੇ ਹਾਂ, ਹੋਰ ਤਾਂ ਨਹੀਂ ਨਾ ਜਾਂਦਾ ਆਪਾਂ ਕਿਸੇ ਕੋਲੇ। ਇਸੇ ਤਰ੍ਹਾਂ ਜਦੋਂ ਆਪਣਾ ਵੇਟ ਵੱਧਦਾ ਹੈ, ਠੀਕ ਹੈ, ਜਦੋਂ ਆਪਣਾ ਵੇਟ ਘਟਦਾ ਹੈ ਤੇ ਆਪਾਂ ਉਦੋਂ ਵੀ ਡਾਕਟਰ ਕੋਲ ਹੀ ਜਾਂਦੇ ਹਾਂ, ਠੀਕ ਹੈ। ਤੇ ਇਸੇ ਤਰ੍ਹਾਂ ਵੇਟ ਦਾ ਵਧਣਾ ਜਾਂ ਘਟ ਜਾਣਾ ਜਿਸ ਨਾਲ ਮੈਡੀਕਲ ਇਸ਼ੂਜ਼, ਠੀਕ ਹੈ। ਜਿਮ ਨਾਲ ਤੁਸੀਂ ਵੇਟ ਵੀ ਘਟਾ ਸਕਦੇ ਹੋ, ਹਰਬਲ ਨਾਲ ਵੀ ਘਟਾ ਸਕਦੇ ਹੋ, ਡਾਈਟੀਸ਼ੀਅਨ ਤੋਂ ਵੀ ਘਟਾ ਸਕਦੇ ਹੋ, ਤੁਹਾਡੇ ਯੋਗਾ ਨਾਲ ਵੀ ਘਟਾ ਸਕਦੇ ਹੋ। ਬਟ ਪ੍ਰੋਬਲਮਸ ਕੀ ਹੁੰਦੀ ਹੈ, ਵੇਟ ਘਟਣ ਤੋਂ ਬਾਅਦ ਰੀਬਾਊਂਸ ਨਹੀਂ ਹੋਣਾ ਚਾਹੀਦਾ, ਜਿਸ ਨਾਲ ਓਬੈਸਿਟੀ ਡਿਜ਼ੀਜ਼। ਸਾਡਾ ਮੇਨ ਫੋਕਸ ਹੁੰਦਾ ਹੈ ਵੇਟ ਘਟਾਉਣਾ ਕਦੀ ਵੀ ਚੈਲੰਜ ਨਹੀਂ ਹੈ, ਵੇਟ ਘਟਣ ਤੋਂ ਬਾਅਦ ਵਧਣਾ ਨਹੀਂ ਚਾਹੀਦਾ। ਅਸੀਂ ਉਹਦੇ 'ਤੇ ਮੇਨ ਕੰਮ ਕਰਦੇ ਹਾਂ। ਅਗਰ ਪੇਸ਼ੈਂਟ ਸਾਡੇ ਪੂਰੇ ਨੋਰਮਸ ਫਾਲੋ ਕਰਦਾ ਹੈ, ਅਸੀਂ ਹਜ਼ਾਰਾਂ ਲੱਖਾਂ ਲੋਕਾਂ ਦੇ ਵੇਟ ਘਟਾ ਟੈਕਨੀਕ ਸਾਡੇ ਕੋਲ ਯੈਸ ਟੈਕਨੀਕ ਦੇਖੋ ਬੇਸਿਕਲੀ ਤਾਂ ਸਾਡੀ ਕੁਛ ਸਟ੍ਰੈਟਜੀਜ਼ ਹੈ ਉਹ ਅਸੀਂ ਫੋਲੋ ਕਰਾਉਂਦੇ ਹਾਂ। ਜਿਵੇਂ ਸਾਡੇ ਕੋਲ ਐਡਵਾਂਸ ਟੈਕਨੋਲੋਜੀਜ਼ ਹੈ, ਜਿਵੇਂ ਮੈਜਿਕ ਟੈਕ ਹੈ, ਕ੍ਰਾਇਓਲਾਈਪੋਲਾਈਸਿਸ ਹੈ, HS ਹੈ, ਡਾਇਲੇਜ਼ਰ ਹੈ, ਕੈਵਿਟੇਸ਼ਨਸ ਹੈ।
ਬਟ ਕੱਲੀ ਮਸ਼ੀਨ ਵੀ weight ਨਹੀਂ ਘਟਾ ਸਕਦੀ ਅਗਰ ਉਹਦੇ ਉੱਤੇ ਕੋਈ ਸਟ੍ਰੈਟਜੀਜ਼ ਨਾ ਹੋਵੇ, ਉਹਦਾ ਡਰਾਈਵਰ ਅੱਛਾ ਨਾ ਹੋਵੇ, ਠੀਕ ਹੈ। ਉਹਦੇ ਕਰਕੇ ਸਾਨੂੰ ਕੁਝ ਡਾਈਟ ਦੇ ਸਿਨੈਰੀਓ ਹੁੰਦੇ ਆ, ਪੇਸ਼ੈਂਟ ਨੂੰ ਅਸੀਂ ਤੋਂ ਫਾਲੋ ਕਰਾਉਂਦੇ ਹਾਂ, ਠੀਕ ਹੈ। ਅਸੀਂ ਉਹ ਡਾਈਟਸ ਨਹੀਂ ਦਿੰਦੇ ਜਿਹਦੇ ਨਾਲ ਨਵੀਂ ਫੈਟ ਦੀ ਪ੍ਰੋਡਕਸ਼ਨ ਹੁੰਦੀ ਹੈ। ਨਵੀਂ ਫੈਟ ਦੀ ਪ੍ਰੋਡਕਸ਼ਨ ਨੂੰ ਅਸੀਂ ਰੋਕਦੇ ਹਾਂ, ਪੁਰਾਣੀ ਨੂੰ ਅਸੀਂ ਥਰੂ ਟੈਕਨੋਲੋਜੀ ਡਿਸਟਰੋਏ ਕਰਦੇ ਹਾਂ। ਪਲੱਸ ਸੈਕਿੰਡ ਆ ਜਾਂਦਾ ਜਿਵੇਂ ਸਾਡੇ ਕੁਝ ਮੈਡੀਕਲ ਇਸ਼ੂਜ਼ ਹੁੰਦੇ ਆ ਪੇਸ਼ੈਂਟ ਨੂੰ, ਅਸੀਂ ਉਹਨਾਂ ਦੇ ਬਲੱਡ ਟੈਸਟ ਜਾਂ ਕੋਈ ਹੋਰ ਵੀ ਟੈਸਟ ਕਰਵਾਉਣੇ ਹੁੰਦੇ ਆ, ਉਹ ਅਸੀਂ ਕਰਾ ਕੇ ਉਹਨਾਂ ਚੀਜ਼ਾਂ ਨੂੰ ਵੀ ਸੌਟ ਆਊਟ ਨਾਲ ਕਰਦੇ ਹਾਂ ਤਾਂ ਕਿ ਮੈਡੀਕਲ ਵੀ ਪੇਸ਼ੈਂਟ ਫਿਟ ਹੋਵੇ, ਕਿਉਂਕਿ ਜਿਹੜਾ ਬੰਦਾ ਇੰਨਾ ਫੈਟੀ ਹੋ ਚੁੱਕਾ ਉਹਦੇ ਮੈਡੀਕਲ ਇਸ਼ੂਜ਼ ਤਾਂ ਹੋਣਗੇ। ਤੇ ਅਸੀਂ ਜਿਵੇਂ ਕੋਈ ਲਿਵਰ ਹੈ, ਕਿਡਨੀ ਹੈ, ਲੈਪਿਡ ਪ੍ਰੋਫਾਈਲ ਹੈ, ESR ਹੈ, ਯੂਰਿਕ ਐਸਿਡ ਹੈ, WBC ਪ੍ਰੋਬਲਮਸ ਹੈਗੀਆਂ, ਈਵਨ ਕਿ ਥਾਇਰਾਇਡ ਪ੍ਰੋਬਲਮਸ, ਅਸੀਂ ਨਾਲ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਸੌਟ ਆਊਟ ਵੀ ਕਰਦੇ ਹਾਂ। ਪਲੱਸ ਇਹ ਸੌਟ ਆਊਟ ਹੋਣ ਤੋਂ ਬਾਅਦ ਅਸੀਂ ਨਾਲ ਡਾਈਟ ਦਾ ਸਿਨੈਰੀਓ ਹੋ ਗਿਆ, ਟੈਕਨੋਲੋਜੀਜ਼ ਹੋ ਗਈ, ਪਲੱਸ ਪੇਸ਼ੈਂਟ ਦੀ ਕਾਉਂਸਲਿੰਗ ਵੀ ਕਰਦੇ ਹਾਂ, ਉਹਨੂੰ ਬਾਇਓਲੋਜੀਕਲੀ ਪੜ੍ਹਾਉਂਦੇ ਵੀ ਹੈ ਵੀ ਆਪਾਂ ਅਗਰ ਪਹਿਲਾਂ ਵੀ ਤੁਸੀਂ ਕਿਤੋਂ weight ਘਟਾਇਆ ਸੀ, ਤੁਹਾਡਾ ਰੀਬਾਊਂਸ ਹੋਇਆ, ਤੇ ਅਸੀਂ ਕੀ ਕਰਾਂਗੇ ਜਿਹੜਾ ਰੀਬਾਊਂਸ ਨਾ ਹੋਵੇ। ਉਹ ਪੇਸ਼ੈਂਟ ਅਗਰ ਫੋਲੋ ਕਰਦਾ ਹੈ, ਇੱਕ ਅੱਛਾ weight ਘਟਾਉਣ 'ਚ ਕਾਮਯਾਬ ਹੁੰਦਾ ਹੈ, प्लस ਉਹਦਾ weight रीबाउंस भी नहीं होता अगर वो सानू 100% साढ़े अकॉर्डिंग चल रहा होता है। सर जैसे डाइटिंग आपने कहा कि आप स्किन के हैं, मैम स्किन से देखते हैं, तो यहाँ पे आपने जैसे डाइटिशियन की बात की, डाइटिशियन के डॉक्टर्स आपको रिक्वायर्ड होते हैं, तो यहाँ पूरा प्रेशर एक तरह से है कि कोई डाइटिशियन की स्पेशल डाइटिशियन डॉक्टर्स अवेलेबिलिटी की मतलब आपने डाइट आपका प्रोवाइडेशन यहाँ पर है कि आप हमारे पास डाइटिशियन स्टाफ भी है, मतलब डाइटिशियन भी है हमारे पास, बट हम लोग कुछ हमारी डाइट के अंदर एक डिफरेंट कंसेप्ट रहता है। तो वो डाइटिशियन के अंदर जो डिफरेंट क्या रहता है, हम लोग हमारी डाइट के अंदर जैसे डाइटिशियंस क्या करते हैं, रोटी बंद करवा देते हैं, दूध बंद करवा देते हैं, सभी नहीं करवाते, कुछ करवा देते हैं। तो हमारी डाइट्स के अंदर खाने में रोटी, दूध, सब्जी, दाल, फ्रूट्स, दही, सैलड्स, हम सब कुछ खिलाते हैं। हमारे अगर कोई पेशेंट ज्वाइन कर रहा है, हमारे 7 to 9 मील्स होते हैं एक दिन के अंदर। अगर पेशेंट रात को 2 बजे तक जागता है तो हमारे एवरेज आप मानोगे कितने मील हो सकते हैं, 11-12 मील्स होते हैं। तो हमारे हर 1 से 3 घंटे के बाद खाना रिपीट होता है। तो ये कुछ हमारा सिनेरियो रहता है। नहीं सर, पेशेंट ने यहाँ क्यों रुकना है, हमने वीकली एक बार मैक्सिमम 3 बार बुलाना होता है, वो भी आधे घंटे या 40 मिनट्स के लिए। पेशेंट अपने घर पे ही रहता है। हमारा एक डिफरेंट मेथड है, वो आपको मैं बताता हूँ। बेसिकली डॉक्टर अंजू ही वेट कम करने में काम करते हैं। हमारी 4 ब्रांचेस हैं, जैसे हमारी फिरोजपुर में सभी शहरों में है। अब सीन क्या है, हमारा जैसे सिनेरियो क्या रहता है, मान लीजिए पेशेंट सुबह उठा, खाली पे उससे फ्रेश हुआ, फ्रेश होने के बाद वो अपने घर पे ही स्केल के ऊपर वेट करता है और मैम को व्हाट्सएप पे डाल देता है, मैम मेरा इतना वेट आया है। अगर बड़ा है तो मैम उसकी उसी अकॉर्डिंग डाइट सेट कर देते हैं, और क्यों बड़ा है ये भी पूछा जाता है। और अगर कम हुआ है तो उसके उसी अकॉर्डिंग डाइट सेट कर, ये हमारा डेली रूटीन होता है हर पेशेंट के साथ। सेकेंडली फिर मैम उसको बोलते हैं भी आज आप यू कम भी आके हमारे यहाँ पे आके सिटिंग ले जाओ। जैसे 9 बजे से लेके इवनिंग 7 बजे तक हमारा क्लिनिक खुलता है, उसके अंदर पेशेंट आके सिटिंग ले जा सकता है, तो वो सिटिंग ले जाते हैं। तो हफ्ते में मैक्सिमम 3 बार आना होता है, 30 to 40 मिनट्स ये होता है। जी सर, जो स्ट्रेच मार्क्स क्या होते हैं, स्ट्रेच मार्क्स एक वी शेप स्किन के अंदर हमारे कोलेजन, एलोजन, इलास्टिन फाइबर ब्रेक होते हैं। लोग क्या करते हैं, बड़े मैं कई बार हंसता हूँ, वो क्रीम लगा लो जी स्ट्रेच मार्क ठीक हो जाएगा, आप जी ये फलानी दवाई आई वो खा लो स्ट्रेच मार्क ठीक हो जाएगा। बेसिकली होता है जैसे हम कपड़े को खींचते हैं तो छिजता, जैसे पंजाबी जो बोलते छिज गया कपड़ा, ठीक है, इसी तरह हमारी जो स्किन है वो खिंच जाती है। उसके अंदर जो लिंक होते हैं, उसके रेशे होते हैं, वो टूट जाते हैं। टूटने से वो स्किन हमारी डेड हो जाती है, ना उसमें ब्लड सप्लाई होती है, ना कुछ और होता है, जिस वी शेप में होती है। तो उसको भी ठीक किया जाता है अगर स्ट्रेच मार्क है, पर कुछ उसका बहुत लॉन्ग प्रोसेस होता है, 6 ईयर टू 2 ईयर तक। यस, तो वो होते हैं सर, नहीं सॉरी 6 मंथ टू 1 ईयर। तो मैं थोड़ा जो कर गया उसमें 6 ईयर टू 1 मंथ में उसकी 1 ईयर में वो जो उसके स्ट्रेच मार्क वो ठीक हो जाते हैं। तो एक जिसका मोटापा है या ओबेसिटी की प्रॉब्लम है, वो अल्कोहलिक भी है, पूरे वास्ते वो नहीं चढ़ सकता है, अल्कोहल भी जारी रखना चाहता हो तो पूरे वास्ते कुछ बताते हैं सर। अगर पेशेंट लगातार एल्कोहल ले रहा है, सपोज ਅਸੀਂ ਉਹਦੀ ਕਾਉਂਸਲਿੰਗ ਕਰਦੇ ਹਾਂ ਵੀ ਭਾਈ ਤੂੰ ਹਫਤੇ 'ਚ 1 ਵਾਰੀ ਲੈ, ਅਸੀਂ ਮਨਾ ਨਹੀਂ ਕਰਦੇ। ਐਲਕੋਹਲ ਜਦੋਂ ਡਰਿੰਕ ਕਰ ਰਿਹਾ ਪਰਸਨ, ਉਹਨੂੰ ਕੀ ਖਾਣਾ ਉਹਦੇ ਨਾਲ, ਮੇਨ ਡਰਿੰਕ
ਸ਼ਰਾਬ ਪੀਣ ਨਾਲ ਕੋਈ ਵੀ ਬੰਦਾ ਮੋਟਾ ਨਹੀਂ ਹੁੰਦਾ, ਇਹ ਦਿਮਾਗ 'ਚ ਬਿਠਾ ਲਓ। ਸ਼ਰਾਬ ਦੇ ਨਾਲ ਜਿਹੜਾ ਆਪਾਂ ਖਾਣਾ ਖਾਂਦੇ ਹਾਂ ਨਾ, ਜਿਵੇਂ ਜੋ ਸਨੈਕਸ ਲੈਂਦੇ ਆ, ਐਕਚੁਅਲੀ ਉਹਦੀ ਵਜ੍ਹਾ ਨਾਲ ਆਪਾਂ ਫੈਟ ਆ ਰਹੀ ਹੁੰਦੀ ਹੈ। ਬਟ ਫਿਰ ਵੀ ਅਗਰ ਆਪਾਂ ਓਵਰ ਈਟ ਸ਼ਰਾਬ ਨੂੰ ਲਵਾਂਗੇ ਤੇ ਉਹਦੇ ਫਿਰ ਸਾਈਡ ਇਫੈਕਟਸ ਆਉਣਗੇ। ਇਸ ਕਰਕੇ ਇਹਦੀ ਜਿਹੜੀ ਡਰਿੰਕ ਹੁੰਦੀ ਹੈ, ਹਾਰਡ ਡਰਿੰਕ ਹੈ, ਉਹਨੂੰ ਅਸੀਂ ਇਹ ਬੋਲਦੇ ਹਾਂ ਵੀ ਵੀਕਲੀ ਤੁਸੀਂ ਇੱਕ ਵਾਰੀ ਲੈ ਸਕਦੇ ਹੋ। ਬਟ ਕੀ ਉਹਦੇ ਨਾਲ ਖਾਣਾ, ਅਸੀਂ ਉਸ ਚੀਜ਼ਾਂ ਸਾਰੀਆਂ ਕਲੀਅਰ ਕਰ ਦਿੰਦੇ ਹਾਂ। मोटे पेशेंट को ऑलमोस्ट दिक्कत आती है कि हार्ट की प्रॉब्लम हो जाती है। जी सर, जी सर, मेडिसिन चल रही होंगी जी। ਉਹਦੇ ਵਿੱਚ ਇਹ ਡਾਈਟ ਸੈਨੇਰੀਓ ਕੰਮ ਕਰੇਗਾ। ਬਿਲਕੁਲ ਸਰ, ਉਹਦੇ ਵਾਸਤੇ ਤਾਂ ਹੋਰ ਬੈਟਰ ਹੈ। ਅਗਰ ਉਹ ਹਾਰਟ ਪ੍ਰੋਬਲਮਸ ਹੈ, ਇਟ ਮੀਨਸ ਕਿ ਉਸ ਬੰਦੇ ਦੇ ਟ੍ਰਾਈਗਲਿਸਰਾਈਡ ਹਾਈ ਹੋਣਗੇ, ਲੈਪਿਡ ਪ੍ਰੋਫਾਈਲ 'ਚ ਮੈਕਸਿਮਮ ਪ੍ਰੋਬਲਮਸ ਹੋਣਗੀਆਂ। ਜਿਹੜੀ ਅਸੀਂ ਡਾਈਟ ਸੈੱਟ ਕਰਾਂਗੇ ਉਹਦੇ ਵਿੱਚ ਜਿਹੜੀਆਂ ਉਹ ਮੈਡੀਕਲ ਇਸ਼ੂਜ਼ ਹੈ ਜਾਂ ਟ੍ਰਾਈਗਲਿਸਰਾਈਡ ਹਾਈ ਹੁੰਦੇ ਆ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇੱਕ ਨੌਲੇਜ ਸ਼ੇਅਰ ਕਰਾਂਗਾ, ਆਮ ਜਨਤਾ ਨੂੰ ਨਹੀਂ ਪਤਾ ਹੁੰਦੀ ਕਿ ਅਗਰ ਆਪਾਂ ਘਿਓ, ਮੱਖਣ, ਮਲਾਈ ਖਾਂਦੇ ਆ ਜਾਂ ਮਿੱਠਾ ਖਾਂਦੇ ਆ, ਉਹਦੇ ਨਾਲ ਕੈਲਸਟ੍ਰੋਲ ਹਾਈ ਹੁੰਦੇ ਆ। ਕਲੀਅਰ? ਉਹਦੇ ਨਾਲ ਬ੍ਰੇਨ ਹੈਮਰੇਜ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਆ। ਠੀਕ ਹੈ? ਅਗਰ ਆਪਾਂ ਆਇਲ ਫੂਡ, ਯਾਨੀ ਚਾਹੇ ਫਿਗਾਰੋ ਹੋਵੇ, ਚਾਹੇ ਸਰੋਂ ਦਾ ਤੇਲ ਹੋਵੇ, ਚਾਹੇ ਐਨੀ ਟਾਈਪ ਆਫ ਆਇਲ, ਉਹਦੇ ਨਾਲ ਜਿੰਨੇ ਵੀ ਦੁਨੀਆ 'ਚ ਹਾਰਟ ਅਟੈਕ ਹੁੰਦੇ ਹੈ 99% ਰਿਫਾਈਨਡ ਦੇ ਨਾਲ ਹੁੰਦੇ ਆ ਸਰ। ਉਹਦੇ ਨਾਲ ਟ੍ਰਾਈਗਲਿਸਰਾਈਡ ਵੱਧਦਾ ਹੈ। ਟ੍ਰਾਈਗਲਿਸਰਾਈਡ ਆਪਣੀ ਹਾਰਟ ਦੀ ਚਰਬੀ ਨੂੰ ਗੇਨ ਕਰਦਾ ਹੈ। ਜਦੋਂ ਹਾਰਟ ਦੀ ਚਰਬੀ ਜ਼ਿਆਦਾ ਹੁੰਦੀ ਹੈ ਤੇ ਉਹਦੇ ਨਾਲ ਹੀ ਆਪਣੇ ਜਿਹੜੇ ਵਾਲ ਹੁੰਦੇ ਉਹ ਕੰਮ ਨਹੀਂ ਕਰਦੇ, ਜਿਹਦੇ ਕਰਕੇ ਆਪਾਂ ਨੂੰ ਹਾਰਟ ਅਟੈਕ ਹੁੰਦਾ ਹੈ। ਤੇ ਅਸੀਂ ਇਹ ਸਾਰੀਆਂ ਚੀਜ਼ਾਂ ਟੈਂਪਰੇਰੀ ਪੇਸ਼ੈਂਟ ਦੀਆਂ ਬ੍ਰੇਕ ਕਰਾ ਦਿੰਦੇ ਹਾਂ। ਇਨ ਬਿਟਵੀਨ ਵੇਟ ਰੈਗੂਲਰ ਮੈਡੀਸਿਨ ਉਹ ਵੀ ਨਾਲ ਲੈ ਸਕਦੇ ਨਹੀਂ, ਉਹਦੇ 'ਚ ਵੀ ਅਸੀਂ ਕੁਝ ਅਸੀਂ ਮੈਡੀਸਨ 99% ਬੰਦ ਹੀ ਕਰਵਾ ਦਿੰਦੇ ਹਾਂ। कोई हार्ट पेशेंट है, डॉक्टर ने बोला है अभी बेस हमारी बाईपास सर्जरी कभी भी हो सकती है, पर हुई नहीं है। अगर वो हमारे से ट्रीटमेंट ले ले तो उसको बाईपास अगर वो फैटी पर्सन है तो उसको बाईपास सर्जरी की जरूरत हम नहीं दावा करते हैं इसकी जान का भी रिस्क हो सकता है कि मेडिसिन बंद करवाना। नहीं नहीं नहीं, है। नहीं वैसे तो हम बंद नहीं करवाते हैं। वैसे नहीं बंद करवाएंगे मेडिसिन। मैं आपको उसका सिनेरियो क्लियर कर देता हूँ। मेडिसिन इमीडिएटली कुछ नहीं बंद होती। जो हार्ट प्रॉब्लम बन चुकी है उसको हार्ट प्रॉब्लम तो रहेगी। अगर फर्दर उसको सेकंड कोई अटैक ना आए या कोई प्रॉब्लम ऐसी ना बने, उसके ऊपर क्या रहता है, हम लोग उसकी फैट सेलुलाइट्स को कमज़ोर करते हैं, वीक करते हैं, उसका वेट भी मैनेज होता है। प्लस उसमें प्लस पॉइंट क्या आ जाता है भी, हम लोग जैसे हमारी जो टेक्नोलॉजीज़ है, ये दिस वन करंट थेरेपीज़ होती है। मैं आपको एक और चीज़ नॉलेज के लिए बता देता हूँ। दिस वन करंट थेरेपीज़ क्या करती है, हमारे जैसे हमारे मान लीजिए पेट के ऊपर मैंने सेशन दिया, उसमें पेट की दिस वन स्किन के नीचे हमारी ब्लड वेसल्स होती हैं, मसल्स होती हैं। इसमें जब वो करंट थेरेपीज चलती हैं, वो क्या करती है, हमारे स्किन के अंदर जितने भी क्लॉट्स होते हैं ब्लड के अंदर, सॉरी, वो सारे के सारे 90% रिमूव हो जाते हैं सर। क्लॉट की वजह से ही हार्ट अटैक होता है, क्लॉट की वजह से ही प्रॉब्लम्स होती है। अगर हमारी स्किन में कोई चीज़ एक्टिविटी या बॉडी में कोई चीज़ एक्टिविटी नहीं है तो उसमें एक्टिव होने में बेनिफिट मिलता है। तो ये टेक्नोलॉजी का डिसएडवांटेज जीरो रहता है, एडवांटेज बहुत सारे हैं सर। एज तक कितने तक मैक्सिमम एज कितनी है, मिनिमम एज कितनी है? सर ਸਾਡੇ ਕੋਲ 10 ਸਾਲ ਦਾ ਬੱਚਾ ਵੀ ਆਉਂਦਾ ਜੀ, ਤੇ ਸਾਡੇ ਕੋਲ 80-90 ਈਅਰ ਦੇ ਆਂਟੀ ਅੰਕਲ ਵੀ ਆਉਂਦੇ ਆ। ਬਹੁਤ ਇਹ ਤੱਕ ਅਸੀਂ ਸਾਰੇ ਪੋਜ਼ਿਟਿਵ ਹੈ ਜੀ। ਅਜੇ ਤੱਕ ਕਦੀ ਹੋਇਆ ਨਹੀਂ ਸਿੰਗਲਾ। ਹਾਂ, ਅਗਲੇ ਪੇਸ਼ੈਂਟ ਦਾ ਮੂਡ ਹੋਣਾ ਚਾਹੀਦਾ, ਮੈਂ weight ਘਟਾਉਣਾ ਹੈ, ਤੇ ਅਸੀਂ ਅਜੇ ਤੱਕ ਕਦੀ ਨਹੀਂ ਹੋਇਆ ਕਿ ਕਿਸੇ ਨੇ weight ਨਾ ਘਟਾਇਆ ਹੋਵੇ। ਸਾਡੀ ਜਿਹੜੀ ਰੇਸ਼ੋ ਹੈ weight ਘਟਾਉਣ ਦੀ, ਉਹ 99% ਹੈ। ਕੋਈ 1% ਪੇਸ਼ੈਂਟ ਹੁੰਦਾ ਜਿਹੜਾ ਮਚਲਾ ਹੁੰਦਾ, ਜੇ ਪੰਜਾਬੀ 'ਚ ਕਹਿ ਲਓ ਵੀ ਇਹਦਾ ਮੂਡ ਹੀ ਨਹੀਂ ਹੈ, ਇੱਕ ਚੀਜ਼ ਨੂੰ ਦੇਖ ਕੇ ਮੰਨ ਲਓ ਖਾਣ ਨੂੰ ਉਹਦੇ ਫੇਵਰਟ ਡਿਸ਼ ਆ ਗਈ, ਉਹਦੇ ਬੇਈਮਾਨੀ ਆ ਗਈ, ਮੈਂ ਖਾਣਾ ਹੀ ਹੈ, ਉਹਦਾ ਕੀ ਕਰ ਸਕਦੇ ਹਾਂ। ਜਿਸ ਤਰ੍ਹਾਂ ਦੇ ਅਲੱਗ-ਅਲੱਗ ਸਿਟੀਜ਼ ਦੇ ਵਿੱਚ ਇਹ ਆਪਣਾ ਖੋਲ੍ਹਿਆ ਹੋਇਆ ਹੈਗਾ, ਇਨ ਫਿਊਚਰ ਵੀ ਦੱਸਿਆ ਜਿਸ ਤਰ੍ਹਾਂ ਕਿ ਪਲਾਨ ਕਰ ਰਹੇ ਹੋਗੇ। ਹਾਂ, ਉਹਦੇ ਵਾਸਤੇ ਉਸ ਜਗ੍ਹਾ ਤੇ ਜਿਹੜੀ ਡਾਕਟਰ ਦੀ ਟੀਮ ਹੈ ਕਿ ਉਹ ਤੁਸੀਂ ਕਿਸ ਤਰੀਕੇ ਨਾਲ ਕ੍ਰਾਈਟੇਰੀਆ ਦੇ ਥਰੂ ਰੱਖਦੇ ਹੈਗੇ ਕਿ ਤੁਸੀਂ ਆਪ ਹੀ ਵਿਜ਼ਿਟ ਕਰਦੇ ਹੋ? ਸਰ, ਜਿਹੜਾ weight ਘਟਾਉਣ ਦਾ ਸਿਨੈਰੀਓ ਡਾਕਟਰ ਜੀ ਕਰਦੇ, ਚਾਹੇ ਉਹ ਫਿਰੋਜ਼ਪੁਰ ਦਾ ਪੇਸ਼ੈਂਟ ਹੈ, ਚਾਹੇ ਲੁਧਿਆਣੇ ਦਾ, ਚਾਹੇ ਜਲੰਧਰ ਦਾ, ਚਾਹੇ ਮੋਹਾਲੀ ਜੇ ਸਿਟਿੰਗ ਕਰਨੀ ਪੈਂਦੀ ਤਾਂ ਮੈਮ ਸਿਟਿੰਗ ਨਹੀਂ, ਮੈਮ ਨੇ ਸਿਟਿੰਗ ਨਹੀਂ ਦੇਣੀ ਹੁੰਦੀ। ਸਿਟਿੰਗ ਸਾਡਾ ਸਟਾਫ ਹੁੰਦਾ ਨੀਚੇ, 100% ਸਟਾਫ ਹੀ ਕਰਦਾ। ਅਸੀਂ ਉਹਨੂੰ ਟ੍ਰੇਨ ਕਰਦੇ ਹਾਂ। ਸਾਡੇ ਪ੍ਰੋਫੈਸ਼ਨਲ ਡਾਈਟੀਸ਼ੀਅਨਸ ਹੁੰਦੇ ਆ ਹਰ ਸੈਂਟਰ ਦੇ ਵਿੱਚ। ਪ੍ਰੋਫੈਸ਼ਨਲ ਡਾਈਟੀਸ਼ੀਅਨ ਦੀ ਡਿਊਟੀ ਹੁੰਦੀ, ਉਹਨਾਂ ਨੇ ਆਪਣੀ ਨਿਗਾਹ ਦੇ ਵਿੱਚ ਜਿਹੜੇ ਹੈਗੇ ਉਹਨਾਂ ਨੂੰ ਸਿਟਿੰਗ ਦਵਾਉਣੀ ਹੁੰਦੀ ਹੈ, ਪਤਾ ਦੇਣੀ ਹੁੰਦੀ ਹੈ। ਤੇ ਉਹਦੇ ਵਿੱਚ ਦੇਖ ਰੇਖ 'ਚ ਹੁੰਦਾ ਵੀ ਉਹਨੂੰ ਕਿੰਨੀ ਸਿਟਿੰਗ ਦੇਣੀ ਜਾਂ ਕਿਹੜੀ ਦੇਣੀ ਹੈ। ਉਹ ਲੁਧਿਆਣੇ ਉਹ ਡਾਕਟਰ ਅੰਜੂ ਹੀ ਕਮਾਂਡ ਕਰਦੇ ਆ। ਇਹਨਾਂ ਨੂੰ ਹਮਾਰੇ ਸਟਾਫ ਦੀ ਸਾਨੂੰ ਕਾਲ ਆਉਂਦੀ, ਮੈਮ ਫਲਾਨਾ ਆਇਆ, ਇਹਨਾਂ ਦੇ ਫਲਾਨੀ ਸਿਟਿੰਗ ਲੱਗੀ ਸੀ ਫਲਾਣੇ ਦਿਨ, ਤੇ ਮੈਮ ਦੱਸਦੇ ਅੱਜ ਇਹਨਾਂ ਦੇ ਫਲਾਨੀ ਸਿਟਿੰਗ ਲੱਗੇਗੀ, ਤੇ ਨੰਬਰ ਆਫ ਸਿਟਿੰਗ ਕਿਹੜੀ ਲੱਗਣੀ ਹੈ ਜਾਂ ਕਿਹੜੀ ਨਹੀਂ ਲੱਗਣੀ, ਉਹ ਡਾਕਟਰ ਅੰਜੂ ਸਿੰਘਲਾ ਡਿਸਾਈਡ ਕਰਦੇ ਸਰ। ਕਿਹੜੇ ਵਰਗ ਦੇ ਲੋਕ ਕੀ ਕਹਿੰਦੇ, ਮਿਡਲ ਕਲਾਸ ਵੀ ਨੂੰ ਲੈ ਸਕਦਾ ਇਸ ਟ੍ਰੀਟਮੈਂਟ ਨੂੰ ਜਾਂ ਸਿਰਫ ਹਾਈ ਕਲਾਸ ਲੈ ਸਕਦਾ, ਲੋਅਰ ਕਲਾਸ? ਸਰ, ਪਹਿਲਾਂ ਤਾਂ ਆਪਾਂ ਇਹ ਕਹਿ ਸਕਦੇ ਮੋਟਾਪਾ ਮਿਡਲ ਕਲਾਸ ਨੂੰ ਵੀ ਹੋ ਸਕਦਾ ਹੈ ਤੇ ਲੋ ਕਲਾਸ ਨੂੰ ਵੀ ਹੋ ਸਕਦਾ ਹੈ। ਠੀਕ ਹੈ, ਅਫੋਰਡੇਬਲ ਹੈ ਤੁਹਾਡਾ? ਅਫੋਰਡੇਬਲ ਵੀ ਹੈ, ਮਤਲਬ ਸਾਡੇ ਕੁਝ ਟ੍ਰੀਟਮੈਂਟ ਸਸਤੇ ਵੀ ਹੈ, ਕੁਝ ਮਹਿੰਗੇ ਵੀ ਹੈ। ਐਵੇਂ ਤੁਹਾਨੂੰ ਮੈਂ ਕਹਾਂ ਵੀ ਸਾਰੀਆਂ ਚੀਜ਼ਾਂ ਸਸਤੀਆਂ ਜਾਂ ਮਹਿੰਗੀਆਂ, ਮਤਲਬ ਅਕੋਰਡਿੰਗ ਅਗਰ ਕੋਈ ਨਹੀਂ ਅਫੋਰਡ ਕਰਦਾ, ਜਿਵੇਂ ਸਾਡਾ ਸਿੰਪਲ
ਡਾਈਟ ਪਲਾਨ ਵੀ ਅਸੀਂ ਦਿੰਦੇ ਹਾਂ ਓਨਲੀ 5000 ਬਟ ਉਹਦੇ 'ਚ ਵੀ ਅਸੀਂ ਉਨਾ ਵਰਕ ਕਰਦੇ 1 ਮੰਥ ਦਾ ਹੁੰਦਾ ਉਹਦੇ 'ਚ ਵੀ ਡਾਕਟਰ ਅੰਜੂ ਉਨਾ ਹੀ ਵਰਕ ਕਰਦੇ ਆ ਜਿਹਦੇ ਤੋਂ 30000 ਜਾਂ 50000 ਲਿਆ ਹੋਇਆ ਜਿੰਨਾ ਵਰਕ ਉਹਦੇ ਤੇ ਹੋ ਰਿਹਾ ਹੁੰਦਾ ਸਿਰਫ ਹੁਣ ਟੈਕਨੋਲੋਜੀ ਨਹੀਂ ਯੂਜ਼ ਕਰਾਉਂਦੇ ਅਸੀਂ ਸਿਰਫ ਉਹਨੂੰ ਡਾਈਟ ਦੇ ਉੱਤੇ ਹੀ ਸੈੱਟ ਕਰਕੇ ਉਹਦਾ weight ਘਟਾਉਂਦੇ ਆ ਅਸੀਂ ਉਹਦੇ 'ਚ ਬੋਲਦੇ ਹਾਂ 2 ਤੋਂ ਲੈ ਕੇ 5 ਕਿਲੋ ਤੱਕ ਮਹੀਨੇ 'ਚ weight ਘਟ ਜਾਂਦਾ ਹੈ ਉਹਦੇ 'ਚ ਵੀ ਘਟਦਾ ਹੈ ਬਟ ਕੀ ਰਹਿੰਦਾ ਉਹ 'ਚ ਟੈਕਨੋਲੋਜੀ ਨਹੀਂ ਅਸੀਂ ਯੂਜ਼ ਕਰਾਣੀ ਘਰੇ ਬੈਠੇ ਵੀ ਉਹ ਪੇਸ਼ੈਂਟ weight ਘਟਾ ਸਕਦਾ ਬਟ ਜੋ ਜਿੰਨੀ ਮਿਹਨਤ ਸਾਡੀ ਉਹਨਾਂ ਦੇ ਹੁੰਦੀ ਹੈ ਕਹਿ ਲਓ ਵੀ ਜਿਨ੍ਹਾਂ ਦੇ ਬੜੇ ਪੈਕੇਜ ਲਿੱਤੇ ਹੋਏ ਅਸੀਂ ਸੇਮ ਮਿਹਨਤ ਉਹਨਾਂ ਦੇ ਵੀ ਅਸੀਂ ਸੇਮ ਕਰਦੇ ਹਾਂ ਮਤਲਬ ਇਹ ਨਹੀਂ ਹੈਗਾ ਵੀ ਉਹਨਾਂ ਤੇ ਅਸੀਂ ਕੋਈ ਮਿਹਨਤ ਘੱਟ ਹੈ ਸਾਡਾ ਉਹੀ ਡੇਲੀ ਦਾ ਸਿਨੈਰੀਓ ਸੇਮ ਰਹੇਗਾ ਉਵੇਂ ਡੇਲੀ ਡਾਕਟਰ ਅੰਜੂ ਨੇ ਉਹਨਾਂ ਨੂੰ ਡਾਈਟ ਦੱਸਣੀ ਹੁੰਦੀ ਹੈ ਮੈਂ मोटापे का मेन कारण की मानते हैं पानी ले लो सर अभी ਮੋਟਾਪਾ ਸਰ ਬੇਸਿਕਲੀ ਤਾਂ ਕਈਆਂ ਦੇ ਤਾਂ ਫੈਮਿਲੀ ਦੀ ਹਿਸਟਰੀ ਵਿੱਚ ਨਿਕਲ ਜਾਂਦਾ ਵੀ ਫਾਦਰ ਮੋਟੇ ਸੀ ਮਦਰ ਮੋਟੇ ਸੀ ਜਾਂ weight ਜ਼ਿਆਦਾ ਸੀ ਉਹਦੇ ਕਰਕੇ ਹੋ ਗਿਆ ਕੁਝ ਮੋਟਾਪੇ ਦਾ ਸਭ ਨਾਲ ਵੱਡਾ ਕਾਰਨ ਸਰ ਦੱਸਾਂ ਸਭ ਨਾਲ ਵੱਡਾ ਕਾਰਨ ਮਤਲਬ ਇਹ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੈ ਜਿਸ ਨੂੰ ਬਾਇਓਲੋਜੀਕਲ ਫਾਟ ਮੰਨ ਲਓ ਆਪਣੇ ਸਟਮਕ ਦੇ ਵਿੱਚ ਸਟਮਕ ਜਿਹਨੂੰ ਆਪਾਂ ਮੈਦਾ ਬੋਲਦੇ ਹਾਂ ਠੀਕ ਹੈ ਇਹੀ ਇਹ ਸਾਡੀ ਮੇਨ ਹੈ ਜਿਹੜੀ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਬਟ ਅੱਜ ਮੀਡੀਆ ਵਾਲੇ ਬੈਠੇ ਤੇ ਮੈਂ ਜ਼ਰੂਰ ਤੁਹਾਨੂੰ ਦੱਸਾਂਗਾ ਸਟਮਕ ਜਿਹੜਾ ਆਪਣਾ ਹੈਗਾ 3 ਘੰਟੇ ਵਿੱਚ 1 to 3 ਆਵਰਸ ਦੇ ਵਿੱਚ ਆਪਣਾ ਜਿਹੜੀ ਹਿਊਮਨ ਬਾਡੀ ਹੈ 1 ਲੀਟਰ ਤੋਂ ਲੈ ਕੇ 2.5 ਲੀਟਰ ਤੱਕ ਐਸਿਡ ਪ੍ਰੋਡਿਊਸ ਕਰਦੀ ਹੈ 24 ਆਵਰਸ ਦੇ ਵਿੱਚ ਅਗਰ ਆਪਾਂ ਸੋਨੇ ਹੈ 100% ਬਣਦਾ ਹੈ ਅਗਰ ਆਪਾਂ ਸਲੀਪਿੰਗ ਮੋਡ ਦੇ ਵਿੱਚ ਹੈ ਤੇ ਉਹ 10 to 20% ਬਣਦਾ ਹੈ ਕਦੀ ਨਹੀਂ ਹੁੰਦਾ ਵੀ ਬੰਦਾ 20 ਘੰਟੇ ਜਾਂ 30 ਘੰਟੇ ਸੁੱਤਾ ਹੋਵੇ ਤੇ ਉਹ ਉੱਠ ਕੇ ਖਾਣਾ ਖਾ ਰਿਹਾ ਜਦੋਂ ਮੈਂ ਜਾਗਦਾ ਮੈਂ 9 ਵਜੇ ਨਾਸ਼ਤਾ ਕੀਤਾ ਠੀਕ ਹੈ ਮੈਨੂੰ ਦੁਬਾਰਾ 1 ਵਜੇ ਫਿਰ ਭੁੱਖ ਲੱਗੀ ਆਈ ਮੈਂ ਫਿਰ ਖਾ ਲਿਆ ਫਿਰ 2-3 ਵਜੇ ਫਿਰ ਭੁੱਖ ਲੱਗੀ ਆਈ ਮਤਲਬ ਕੀ ਹੁੰਦਾ ਬਾਰ-ਬਾਰ ਭੁੱਖ ਜਿਹੜੀ ਹੈਗੀ ਆਪਾਂ ਜਦੋਂ ਜਾਗਦੇ ਉਦੋਂ ਹੀ ਲੱਗ ਰਹੀ ਹੁੰਦੀ ਹੈ ਕਿਉਂਕਿ ਉਹਦੇ ਪਿੱਛੇ ਜਿਹੜਾ ਐਸਿਡ ਕੋਈ ਨਾ ਤੁਸੀਂ ਬਾਹਰ ਜਾ ਰਹੇ ਠੀਕ ਹੈ ਜਿਹੜੇ ਮੈਂਬਰਸ ਹੁੰਦੇ ਆ ਜਾਂ ਲੋਕ ਹੁੰਦੇ ਆ ਉਹਨਾਂ ਨੂੰ ਜਿਹੜੀ ਬਾਰ-ਬਾਰ ਭੁੱਖ ਲੱਗਣੀ ਕਲੀਅਰ ਉਹਦੇ ਵਿੱਚ ਕੀ ਹੁੰਦਾ ਜਦੋਂ ਆਪਾਂ ਜਾਗਦੇ ਉਸ ਟਾਈਮ ਹੀ ਭੁੱਖ ਲੱਗਦੀ ਹੈ ਮੇਨ ਪੁਆਇੰਟ ਇਹ ਕਲੀਅਰ ਹੋ ਗਿਆ ਜੀ ਹੁਣ ਸੈਕਿੰਡ ਕੀ ਹੁੰਦਾ ਉਹਦੇ ਵਿੱਚ ਜਦੋਂ ਆਪਾਂ ਨੂੰ ਕਿਸੇ ਵੀ ਪਰਸਨ ਨੂੰ ਜਦੋਂ ਅਸੀਂ ਬੋਲਦੇ ਹਾਂ ਆਪਣੇ ਜਿਹੜਾ ਸਟਮਕ ਦੇ ਵਿੱਚ ਇੱਕ ਪੈਲੋਰਿਕ ਵਾਲਸ ਹੁੰਦਾ ਹੈ ਪੈਲੋਰਿਕ ਨਾਮ ਦਾ ਇੱਕ ਪੰਜਾਬੀ 'ਚ ਕਹਿ ਲਓ ਦਰਵਾਜ਼ਾ ਹੈ ਠੀਕ ਹੈ ਉਹ ਦਰਵਾਜ਼ਾ 1 ਤੋਂ 3 ਘੰਟੇ ਵਿੱਚ 1 ਤੋਂ ਲੈ ਕੇ 2 ਜਾਂ 3 ਵਾਰੀ ਖੁੱਲਦਾ ਹੈ ਅਗਰ ਤਾਂ ਮੰਨ ਲਈਏ ਮੈਂ ਨਾਸ਼ਤਾ ਕੀਤਾ ਸਵੇਰੇ 9 ਵਜੇ ਮੈਨੂੰ ਟਾਈਮ ਨਹੀਂ ਮਿਲਿਆ ਮੈਂ 2 ਵਜ ਗਏ ਇਟ ਮੀਨਸ ਕਿ 5 ਘੰਟੇ ਹੋ ਗਏ ਜਿਹੜਾ ਪਰਮਾਤਮਾ ਨੇ ਰੱਬ ਨੇ ਸਾਇੰਸ ਨੇ ਜਿਹੜਾ ਪਰਮਾਤਮਾ ਸਿਸਟਮ ਬਣਾਇਆ ਉਹ ਕਹਿੰਦਾ ਮੈਨੂੰ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ 1 ਤੋਂ 3 ਘੰਟੇ 'ਚ ਭਾਈ 1 ਤੋਂ 2-3 ਵਾਰੀ ਖੁੱਲੂੰਗਾ ਅਗਰ ਤਾਂ ਉਹ ਐਸਿਡ ਪਿਆ ਹੋਇਆ ਹੈ ਤਾਂ ਉਹ ਐਸਿਡ ਟ੍ਰਾਂਸਫਰ ਹੋਏਗਾ ਤੁਹਾਡੇ ਸਮਾਲ ਇੰਟੈਸਟਾਈਨ ਦੇ ਵਿੱਚ ਅਗਰ ਉਹ ਖਾਣਾ ਅੰਦਰ ਪਿਆ ਤਾਂ ਉਹਨੇ ਖਾਣਾ ਟ੍ਰਾਂਸਫਰ ਹੋਏਗਾ ਥਰੂ ਐਸਿਡ ਉਹਦੇ ਨਾਲ ਅਗਰ ਉਹ ਖਾਣੇ ਦੇ ਨਾਲ ਚਲਾ ਗਿਆ ਦਿਸ ਵਨ ਪੋਜ਼ਿਟਿਵ ਤੁਹਾਡਾ ਦੋਸਤ ਅਗਰ ਉਹ डायरेक्ट चला गया दिस वन नेगेटिव थोड़ा दुश्मन ठीक है तो कितने टाइम में कितने घंटे में खाना चाहिए खान पीन मैं वही दसना सर जिवें ਅਸੀਂ ਪੇਸ਼ੈਂਟ ਨੂੰ ਬੋਲਦੇ ਹਾਂ ਜਿਹੜੀ ਓਬੀਸ ਕ੍ਰੀਏਟ ਹੁੰਦੀ ਹੈ ਬੜੇ ਲੋਕਾਂ ਦਾ ਮਿੱਥ ਹੈ ਬਈ 16 ਘੰਟੇ ਦੀ ਡਾਈਟਿੰਗ ਕਰੋ ਬਈ ਖਾਣਾ ਹੀ ਕੁਝ ਨਹੀਂ ਭੁੱਖੇ ਰਹੋ ਜੇ ਤੁਸੀਂ ਸਵੇਰ ਮੈਂ ਨਾਸ਼ਤੇ 'ਚ ਇੱਕ ਪਰੌਂਠਾ 2-3 ਰੱਜ ਕੇ ਲੈ ਲੈਣਾ ਫਿਰ ਮੈਂ ਸਿੱਧਾ ਰਾਤ ਨੂੰ ਖਾਣਾ ਉਹ ਬੰਦੇ ਨੂੰ ਮੋਟਾ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਠੀਕ ਹੈ ਖਾਣੇ ਦਾ ਮਿੱਥ ਇਹ ਹੁੰਦਾ ਵੀ 1-2-3 ਘੰਟੇ ਵਿੱਚ ਖਾਣਾ ਰੋਟੇਸ਼ਨਸ ਹੁੰਦੀ ਹੈ ਅਗਰ ਆਪਾਂ ਮੰਨ ਲਓ ਮੈਂ ਸਵੇਰ ਨਾਸ਼ਤਾ ਕੀਤਾ ਪਰੌਂਠੇ ਦਾ ਠੀਕ ਹੈ ਮੈਨੂੰ ਕੀ ਚਾਹੀਦਾ ਜਿਹੜਾ ਮਿਲਕ ਵੀ ਇੱਕ ਮੀਲ ਹੈ ਦੁੱਧ ਵੀ ਮੀਲ ਹੈ ਤੇ ਰੋਟੀ ਪਰੌਂਠਾ ਵੀ ਮੀਲ ਹੈ ਅਗਰ ਮੈਂ ਦੋਨੋਂ ਚੀਜ਼ਾਂ ਇਕੱਠੀਆਂ ਲੈਣਾ ਦਿਸ ਵਨ ਡਬਲ ਮੀਲ ਹੋ ਗਿਆ ਅਸੀਂ ਕੀ ਕਰਦੇ 9 ਵਜੇ ਨਾਸ਼ਤੇ 'ਚ ਪਰੌਂਠਾ ਦੇਤਾ 1 ਘੰਟੇ ਬਾਅਦ ਆਪਾਂ ਦੁੱਧ ਲੈ ਲਿਆ ਜਿਹੜਾ ਡਬਲ ਮੀਲਸ ਮੈਂ ਮੀਲ ਨੂੰ ਹੀ ਅੱਗੇ ਜਾ ਟ੍ਰਾਂਸਫਰ ਕਰ ਲਿੱਤਾ ਉਦੋਂ ਤੱਕ ਮੇਰਾ ਉਹ ਇੰਪੈਕਟ ਹੋ ਗਿਆ 12 ਵਜੇ ਮੈਂ ਪੇਸ਼ੈਂਟ ਨੂੰ ਕਹਿੰਦਾ ਫਰੂਟ ਖਾ ਲਓ 2 ਘੰਟੇ ਦਾ ਗੈਪ ਫਿਰ ਮੈਂ 2-2:30-3 ਵਜੇ ਬੋਲਦਾ ਨਾਸ਼ਤਾ ਲੰਚ ਕਰ ਲਓ ਠੀਕ ਹੈ ਫਿਰ ਉਹਦੇ 'ਚ 2-2.5 ਘੰਟੇ ਦਾ ਗੈਪ ਫਿਰ 5 ਵਜੇ ਬੋਲਦੇ ਫਿਰ ਫਰੂਟ ਖਾ ਲਓ ਫਿਰ ਉਹ ਤੁਹਾਡਾ ਫਿਰ 2-2.5 ਘੰਟੇ ਦਾ ਗੈਪ ਫਿਰ ਅਸੀਂ ਬੋਲਦੇ 7 ਤੋਂ 8 ਦੇ ਵਿੱਚ ਡਿਨਰ ਕਰਨਾ ਹੈ ਫਿਰ ਅਸੀਂ ਬੋਲਦੇ ਹਾਂ 9-9:30 ਵਜੇ ਫਿਰ ਦੁੱਧ ਪੀਣਾ ਹੈ ਫਿਰ ਅਸੀਂ ਬੋਲਦੇ ਹਾਂ ਜੀ 10:30-11 ਅਗਰ ਤੁਸੀਂ ਲੇਟ ਨਾਈਟ ਸੌਂਦੇ ਹੋ 12-1 ਵਜੇ ਸੌਂਦੇ ਹੋ 10:30-11 ਵਜੇ ਫਿਰ ਫਰੂਟ ਖਾਣਾ ਜ਼ਰੂਰੀ ਨਹੀਂ ਓਨਾ ਹੀ ਖਾਣਾ ਘੱਟ ਖਾ ਲਓ ਭਾਵੇਂ ਫਿਰ ਉਦੋਂ ਬਾਅਦ ਤੁਹਾਨੂੰ ਲੱਗਦਾ ਮੈਂ ਰਾਤੀ 2-3-4 ਵਜੇ ਤੱਕ ਜਾਗ ਰਿਹਾ ਤੇ 12:30-1 ਵਜੇ ਫਿਰ ਫਰੂਟ ਖਾਣਾ ਹੈ ਮਤਲਬ ਅਸੀਂ 1 ਤੋਂ 3 ਘੰਟੇ ਦੇ ਵਿੱਚ ਅਸੀਂ ਐਸਿਡ ਨੂੰ ਨੈਗੇਟਿਵ ਨਹੀਂ ਹੋਣ ਦਿੰਦੇ ਠੀਕ ਹੈ ਜੇ ਆਖਰੀ ਸਵਾਲ ਹੈ ਕਿ ਬਾਇਓਲੋਜੀਕਲੀ ਤਰੀਕੇ ਨਾਲ ਮੈਂ ਪੁੱਛਣਾ ਚਾਹੁੰਦਾ ਜੀ ਸਰ ਕਾਫੀ ਲੋਕਾਂ ਨੂੰ ਦੇਖਿਆ ਹੈਗਾ ਕਿ ਵਿਆਹ ਤੋਂ ਪਹਿਲੇ ਫਿਟ ਰਹਿੰਦੇ ਹੈਗੇ ਵਿਆਹ ਤੋਂ ਬਾਅਦ
ਬੇਸ਼ੱਕ ਵਰਕਆਊਟ ਵੀ ਬਰਾਬਰ ਕਰ ਰਹੇ ਨੇ ਪਰ ਫਿਰ ਵੀ ਮੋਟਾਪਾ ਆਉਂਦਾ, ਉਹਦਾ ਕੀ ਰੀਜ਼ਨ ਹੈ? ਸਰ ਸਭ ਨਾਲੋਂ ਮੇਨ ਕਾਰਨ ਮੈਂ ਇੱਕ ਬੋਲ ਕੇ ਹਟਿਆ ਵੀ ਅਗਰ ਤੁਹਾਡਾ ਖਾਣਾ 1 ਤੋਂ 3 ਘੰਟੇ ਦੇ ਵਿੱਚ ਤੁਸੀਂ ਖਾਣਾ ਇਨਟੇਕ ਕਰਦੇ ਹੋ ਸਰ, ਅਗਰ ਸੁਣੋ, ਅਗਰ ਲੋਕ ਕਰਦੇ ਨਹੀਂ ਨਾ ਸਰ 1 ਤੋਂ 3 ਘੰਟੇ ਤਾਂ ਮੈਂ ਬੋਲ ਰਿਹਾ ਨਾ ਕਾਮਨ, ਅੱਜ ਮੈਂ ਤੁਹਾਨੂੰ ਸਵਾਲ ਇਹ ਦੱਸਿਆ ਹੈ, ਤੁਹਾਡੇ ਵਾਸਤੇ ਨਵੀਂ ਚੀਜ਼ ਹੈ ਵੀ ਬਾਕੀ 1 ਤੋਂ 3 ਘੰਟੇ ਵਿੱਚ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ। ਹਾਂ, ਉਹ ਇਹ ਹੋ ਸਕਦਾ ਵੀ ਉਹਦੇ ਹਾਰਮੋਨ ਚੇਂਜਸ ਕਈਆਂ ਦੀ ਹੁੰਦੀ ਹੈ, ਬਟ ਹਾਰਮੋਨ ਨਾਲ ਲਿੰਕ ਨਹੀਂ ਹੁੰਦਾ। ਫੈਟ ਜਿਹੜਾ weight ਵੱਧਦਾ ਉਹ ਫੈਟ ਦੀ ਵਜ੍ਹਾ ਨਾਲ ਵੱਧਦਾ। ਅਗਰ ਕੋਈ ਬੋਲਦੇ ਮੈਂ ਤਾਂ ਕੁਝ ਖਾਂਦੀ ਨਹੀਂ, ਮੇਰਾ weight ਤਾਂ ਕਿਵੇਂ ਵੱਧ ਗਿਆ, ਭਾਈ ਅਗਰ ਤੁਸੀਂ ਨਹੀਂ ਕੁਝ ਖਾ ਰਹੇ, ਬਟ ਕੀ ਹੁੰਦਾ ਹੈ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਨੌਲੇਜ ਦੇਣਾ ਚਾਹੂੰਗਾ, ਆਪਣੀ ਸਮਾਲ ਇੰਟੈਸਟਾਈਨ ਦੇ ਵਿੱਚ ਪ੍ਰੋਬਲਮਸ ਕ੍ਰੀਏਟ ਹੁੰਦੀ ਹੈ ਜਿਹਦੇ ਕਰਕੇ ਓਬੈਸਿਟੀ, ਜਿਹਨੂੰ ਬੋਲਦੇ ਮੈਟਾਬੋਲਿਕ ਸਿਸਟਮ ਵੀਕ ਹੋਣਾ, ਡਾਈਜੈਸਟਿਵ ਸਿਸਟਮ ਵੀਕ ਹੋਣਾ, ਜਿਹਦੇ ਕਰਕੇ ਆਪਾਂ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਹਾਂ। ਕੀ ਹੁੰਦਾ ਹੈ, ਅਗਰ ਮੰਨ ਲਓ ਮੈਂ ਸਾਰੇ ਦਿਨ 'ਚ ਜਿੰਨਾ ਵੀ ਖਾਣਾ ਖਾਣਾ ਹੈ, ਅਗਰ ਸਲਿਮ ਪਰਸਨ ਹੈ ਉਹ ਜ਼ਿਆਦਾ ਖਾਣਾ ਖਾ ਕੇ ਵੀ ਸਲਿਮ ਰਹਿੰਦਾ ਹੈ, ਔਰ ਫੈਟੀ ਪਰਸਨ ਡਰ ਕੇ ਖਾਣਾ ਖਾ ਰਿਹਾ ਔਰ ਫੈਟੀ ਹੋ ਰਿਹਾ ਹੁੰਦਾ ਹੈ। ਰੀਜ਼ਨ ਕਲੀਅਰ? ਹੁਣ ਇਹਦਾ ਜਵਾਬ ਇਹ ਹੈ, ਆਪਣੀ ਸਿਸਟਮ ਦੇ ਵਿੱਚ 2% ਤੋਂ ਲੈ ਕੇ 10% ਜਿਹੜੀ ਵੇਸਟਿੰਗ ਫੂਡ ਪਾਰਟੀਕਲਸ ਹੈ ਉਹ ਤੁਹਾਡੀ ਸਮਾਲ ਇੰਟੈਸਟਾਈਨ ਸਟੋਰ ਕਰਦੀ ਹੈ ਡੇਲੀ। ਅਗਰ 10% ਹੈ ਤਾਂ ਤੁਹਾਡਾ weight ਬਹੁਤ ਤੇਜ਼ੀ ਨਾਲ ਵਧ ਰਿਹਾ, ਅਗਰ 2 ਜਾਂ 3% ਹੈ ਤੁਹਾਡਾ weight ਵਧ ਰਿਹਾ ਪਰ ਸਲੋ ਵਧ ਰਿਹਾ। ਸਲਿਮ ਪਰਸਨ ਦੀ ਉਹ ਪ੍ਰੋਬਲਮਸ 0% ਹੁੰਦੀ ਨਹੀਂ। ਉਹਦਾ ਜਿੰਨਾ ਵੀ ਉਹਨੇ ਖਾਣਾ ਖਾਦਾ ਉਹਦੇ ਵੇਸਟਿੰਗ ਫੂਡ ਪਾਰਟੀਕਲਸ ਹੈ ਉਹ 100% ਕਿਉਰ ਹੋ ਕੇ ਬਾਹਰ ਨਿਕਲ ਜਾਂਦੇ ਆ। ਕਲੀਅਰ? ਤੇ ਜਿਹੜਾ ਫੈਟੀ ਪਰਸਨ ਹੈ ਉਹਦੇ 100% ਕਿਉਰ ਨਹੀਂ ਹੁੰਦੇ। ਅਸੀਂ ਸਰ ਇਸੇ ਚੀਜ਼ ਤੇ ਕੰਮ ਕਰਦੇ ਹਾਂ ਐਜ਼ ਅ ਡਾਕਟਰ। ਅਸੀਂ ਉਹ ਜਿਹੜੀ ਸਿਸਟਮ ਜਿਹੜੀ ਬਰੈਟਿਕ ਸਰਜਰੀ ਡਾਕਟਰ ਕਰਦੇ ਆ, ਦੈਟਸ ਗੁੱਡ, ਉਹ ਉਹਨਾਂ ਦਾ ਅੱਛਾ ਸਿਸਟਮ ਹੈ। ਉਹ ਸਟਮਿਕ ਨੂੰ ਛੋਟਾ ਕਰਕੇ ਐਸਿਡ ਦੀ ਪ੍ਰੋਡਕਸ਼ਨ ਨੂੰ ਰੋਕ ਲੈਂਦੇ ਆ, ਘਟਾ ਦਿੰਦੇ ਆ। ਸਮਾਲ ਇੰਟੈਸਟਾਈਨ ਦੀ ਬਾਈਪਾਸ ਕਰਦੇ ਆ ਕਈ ਡਾਕਟਰ। ਉਹਦੇ ਨਾਲ ਜਿਹੜਾ ਉਹ ਸਮਾਲ ਇੰਟੈਸਟਾਈਨ 'ਚ ਪ੍ਰੋਬਲਮਸ ਹੁੰਦੀ ਹੈ, ਅਸੀਂ ਉਹ ਸਮਾਲ ਇੰਟੈਸਟਾਈਨ ਨੂੰ ਹੀ ਰਿਪੇਅਰ ਕਰਦੇ ਹਾਂ ਸਰ, ਜਿਹੜਾ ਅਸੀਂ 1 ਤੋਂ 3 ਘੰਟੇ ਵਿੱਚ ਸਾਡੇ ਨੋਰਮਸ ਹੈ। ਉਧਰੋਂ ਟੈਕਨੋਲੋਜੀ ਨਾਲ ਅਸੀਂ ਥਰੂ ਫੈਟ ਸੈਲ ਲਾਈਨ ਨੂੰ ਕੰਟਰੋਲ ਕਰ ਲਿਆ, ਦੂਜੇ ਪਾਸੇ ਮੈਡੀਕਲ ਇਸ਼ੂ ਸੌਰਟ ਆਊਟ ਕਰਦੇ, ਤੀਜੇ ਪਾਸੇ ਡਾਈਟ ਨੂੰ ਅਸੀਂ ਉਹਨੂੰ 1 ਤੋਂ 3 ਘੰਟੇ ਵਿੱਚ ਦੇ ਰਹੇ ਹਾਂ। ਤੇ ਪੇਸ਼ੈਂਟ ਕਿੱਦਾਂ ਫੋਲੋ ਕਰ ਰਿਹਾ, ਜਿਹੜਾ ਅੱਛਾ ਫੋਲੋ ਕਰ ਰਿਹਾ ਤਾਂ ਇੱਕ ਅੱਛਾ weight ਘਟਾ ਕੇ ਜਾਂਦਾ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਚੈਲੰਜ ਕਰ ਰਹੇ ਹੋ, ਤੁਹਾਡਾ ਟ੍ਰੀਟਮੈਂਟ ਕਰਨ ਦਾ ਵੱਖਰਾ ਟੈਕਨੀਕ ਹੈ। ਯੈਸ, ਠੀਕ ਹੈ, ਤੁਸੀਂ ਹਜੇ ਤੱਕ ਜਿਹੜਾ ਕੁਝ ਦੱਸਿਆ ਉਹ ਬਾਕੀ ਡਾਕਟਰ ਨਾਲੋਂ ਅਲੱਗ ਦੱਸ ਰਹੇ ਹੋ ਜੀ ਸਰ, ਕਿ ਵੀ ਉਹਦੇ ਨਾਲ ਡਾਈਟ ਦਾ ਕੀ ਹੈ, ਇਹਦਾ ਖਾਣਾ ਚਾਹੀਦਾ ਇਸ ਤਰ੍ਹਾਂ। ਜੀ। ਅਸੀਂ ਬਹੁਤ ਸਾਰੇ ਡਾਕਟਰ ਦੀ ਇੰਟਰਵਿਊ ਕੀਤੀ ਹੈ, ਜੀ ਸਰ, ਉਹਨੇ ਤੁਹਾਡੇ ਤੋਂ ਉਲਟ ਦੱਸਦੇ ਜੀ ਠੀਕ ਹੈ। ਕਿ ਸਭ ਤੋਂ ਪਹਿਲਾਂ ਉਹ ਮੋਟਾਪੇ ਦਾ ਕਾਰਨ ਜੰਕ ਫੂਡ ਨੂੰ ਲੈ ਕੇ ਚੱਲਦੇ ਆ। ਤੁਸੀਂ ਕਿਸੇ ਵੀ ਡਾਕਟਰ ਨੂੰ interview ਸਰ ਜੰਕ ਫੂਡ ਤਾਂ ਹੈ ਹੀ ਹੈ ਨਾ, ਪਰ ਤੁਸੀਂ ਕਿਤੇ ਉਹਦਾ ਜ਼ਿਕਰ ਨਹੀਂ ਕੀਤਾ। ਮੈਂ- ਮੇਰੇ ਖਿਆਲ ਦੀ ਸਭ ਤੋਂ ਵੱਡੀ ਉਹ ਹੈ ਪੁਆਇੰਟ ਹੈ। ਦੇਖੋ ਮੈਂ ਉਸ ਗੱਲ ਦੇ ਉੱਤੇ ਕਹਿ ਰਿਹਾ, ਜਿਹੜੀ ਚਲੋ ਪਲੀਜ਼ ਸਵਾਲ ਕਰ ਲਓ ਪੂਰਾ। ਇੱਕ ਜਿਹੜਾ ਤੁਸੀਂ ਚਲੋ ਜੀ ਜੰਕ ਫੂਡ ਆ ਗਿਆ, ਇੱਕ ਜਿਹੜਾ ਐਕਸਰਸਾਈਜ਼ ਹੈ ਉਹ ਮਤਲਬ ਕਿ ਤੁਸੀਂ ਆਮ ਦੇਖ ਲਓ ਸਾਰੀ ਜਗ੍ਹਾ ਤੇ ਐਕਸਰਸਾਈਜ਼ ਹਾਂ ਹੁੰਦੀ ਹੈ, ਹਾਂ ਕਹਿੰਦੀ ਹੈ ਕਿੰਨਾ ਮਤਲਬ ਪੋਸੀਬਿਲਿਟੀ ਤੁਸੀਂ ਜਿਹੜਾ 99% ਜਿਹੜਾ ਮਤਲਬ ਸਰ ਰਿਜ਼ਲਟ ਮੈਂ ਦੱਸ ਦੇਣਾ, ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ। ਸੁਣੋ ਦੇਖੋ, ਡਾਈਟੀਸ਼ੀਅਨ ਸਾਰੇ weight ਘਟਾ ਰਹੇ, ਕੋਈ ਡਾਈਟੀਸ਼ੀਅਨ ਫੇਲੀਅਰ ਨਹੀਂ ਹੈ। जिम वाले सारे वेट घटा रहे हैं, कोई जिम वाला फेलियर नहीं है। योगा वाले भी वेट घटा रहे हैं, हर्बल वाले भी वेट घटा रहे हैं। साडा मिथ वेट घटाना नहीं है। वेट तो सर घट जाता है, घटाया भी जा सकता है। वेट घटन तो बाद जी ओबीस प्रॉब्लम है, जी अपनी इनसाइड मैडिकल इशू है जिहदे करके आप मोटे हो रहे हैं। अगर तुहाडा तुसीं 10 वारी भी वेट घटाया, मान लो एक बंदे का 80 किलो वेट सीगा, उन्हें वेट घटा लिया 20 किलो 60 ते आ गया, पर वो जदों भी छड्डदा है खाना, मतलब फिर अपने रूटीन च आंदा है तो वो 90 किलो वेट हो जाता है। रूटीन च आप देखते हैं, जब बंदा एकदम पतला होया तो फिर दोबारा तो फैटी हो गया। ठीक है, इस तरह जी ओबीज प्रॉब्लम्स हैगी, जो तक थोड़ी इनसाइड प्रॉब्लम मैडिकल इशूज़ नहीं ठीक होएगा, जी मैं स्मॉल इंटेस्टाइन का जिक्र करके हटे हैं, जो तक थोड़ा वो सिस्टम दुरुस्त नहीं होएगा, तुसीं 20 बारी वेट घटाओ 10 बारी वेट घटाओ, थोड़ा रीबाउंस हो जाएगा। साडा मेन मिथ है, ਅਸੀਂ ਉਸ ਚੀਜ਼ ਉੱਤੇ ਕੰਮ ਕਰਦੇ ਹਾਂ। ਇੱਕ ਸਵਾਲ ਦਾ ਹੋਰ ਜਵਾਬ ਦਿਓ, ਤੁਹਾਡੇ ਡਾਈਟ ਪਲਾਨ ਜਿਹੜਾ ਤੁਸੀਂ ਦੱਸਦੇ ਹੋ ਉਹਦੇ 'ਚ ਕੀ ਜੰਕ ਫੂਡ ਹੁੰਦਾ? ਨਹੀਂ ਸਰ, ਜੰਕ ਫੂਡ ਨਹੀਂ। ਫਿਰ ਤੁਸੀਂ ਮੰਨਦੇ ਹੋ ਮੋਟਾਪੇ ਦਾ ਮੇਨ ਵਜ੍ਹਾ ਜੰਕ ਫੂਡ ਹੈ? ਨਹੀਂ, ਜੰਕ ਫੂਡ ਸਰ ਮੇਨ ਡਾਈਟ ਪਲਾਨ ਕਿਉਂ ਨਹੀਂ ਇਨਵੋਲਵ ਕਰ ਰਹੇ? ਕਿਉਂਕਿ ਅੱਜ ਤੁਸੀਂ ਦੇਖੋ ਲਾਈਫ ਸਟਾਈਲ, ਕਿਹੜਾ ਬੱਚਾ 버ਗਰ ਨਹੀਂ ਖਾ ਰਿਹਾ, ਕਿਹੜਾ ਬੱਚਾ ਪੀਜ਼ਾ ਨਹੀਂ ਖਾ ਰਿਹਾ, ਪਰ ਜਦੋਂ ਤੁਸੀਂ ਡਾਈਟ ਪਲਾਨ ਨਹੀਂ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਜੰਕ ਫੂਡ ਨੂੰ ਰਿਮੂਵ ਕਰ ਦਿਓ? ਨਹੀਂ ਟ੍ਰੀਟਮੈਂਟ ਦੀ ਲੋੜ ਹੈ? ਨਹੀਂ ਸਰ, ਜਿਹੜੀ ਬਿਮਾਰੀ ਆ ਚੁੱਕੀ ਹੈ, ਮੰਨ ਲਓ ਕਿਸੇ ਦਾ 30-40 ਕਿਲੋ weight ਵੱਧ ਗਿਆ ਹੈ, ਚਲੋ ਮੈਂ ਕਹਿੰਦਾ ਜੀ ਉਹਦੇ ਮੈਂ ਜੰਕ ਫੂਡ ਬੰਦ ਕਰਾ ਦਿੰਦਾ, ਬੰਦ ਕਰਾਤਾ, ਪਰ ਉਹ ਬੰਦ ਕਰਾਉਣ ਨਾਲ ਸਟੇਬਿਲਿਟੀ ਤਾਂ ਆ ਸਕਦੀ, ਪਰ ਘਟੇਗਾ ਕਿਵੇਂ? ਇਨਸਾਈਡ ਜਿਹੜੀ ਪ੍ਰੋਬਲਮ ਹੈ, ਆਪਾਂ ਜਿਹੜੀ ਇਨਸਾਈਡ ਪ੍ਰੋਬਲਮ ਬਣ ਗਈ ਹੈ, ਓਬੀਸ ਪ੍ਰੋਬਲਮ ਬਣ ਗਈ ਹੈ, ਉਹਨੂੰ ਕਿਵੇਂ ਸੌਰਟ ਆਊਟ ਕਰਾਂਗੇ? ਇਹ ਤੁਹਾਡੀ ਡਾਈਟ ਪਲਾਨ ਤੋਂ ਬਾਅਦ ਜੇ ਬੰਦਾ ਜੰਕ ਫੂਡ ਲੈਣਾ ਚਾਹੁੰਦਾ ਹੈ ਜੀ, ਮੈਂ ਹਾਂ, ਅਗਰ ਪੀਜ਼ਾ ਆਮ ਹੈ, ਯੈਸ, ਮੈਂ ਉਹਦਾ ਜਵਾਬ ਦਊਂਗਾ। ਮੈਨੂੰ ਬੜਾ ਅੱਛਾ ਲੱਗਾ ਸਵਾਲ ਕੀਤਾ, ਮੈਂ ਇਹਦਾ ਜਵਾਬ ਦੇਣਾ ਸਰ। ਜਦੋਂ ਸਾਡੇ ਕੋਲੇ ਪੇਸ਼ੈਂਟ ਟੋਟਲੀ weight ਘਟਾ ਕੇ ਹਟ ਜਾਂਦਾ ਹੈ, ਅਸੀਂ ਟਾਈਮ ਟੂ ਟਾਈਮ ਪੇਸ਼ੈਂਟ ਦੀ ਕਾਉਂਸਲਿੰਗ ਵੀ ਕਰਦੇ ਹਾਂ। ਡਿਫਰੈਂਟ ਕਾਉਂਸਲਿੰਗ ਹੁੰਦੀ ਹੈ, ਉਹ ਅਸੀਂ ਡਿਸਾਈਡ ਕਰਦੇ ਹਾਂ ਵੀ ਇਸ ਪੇਸ਼ੈਂਟ ਦੀ ਕਿਵੇਂ ਰਿਕੁਆਇਰਮੈਂਟ ਹੈ, ਉਵੇਂ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ। ਸੈਕਿੰਡ, ਅਸੀਂ ਕਰਦੇ ਜਦੋਂ ਪੇਸ਼ੈਂਟ ਨੂੰ ਇੱਕ ਲਾਈਨ, ਜਦੋਂ ਫਸਟ ਜੁਆਇਨ ਕਰਦਾ ਸਾਡੇ ਕੋਲ ਟੇਬਲ ਤੇ ਬੈਠਾ ਹੁੰਦਾ ਹੈ,
ਅਸੀਂ ਉਹਨੂੰ ਇਹ ਗੱਲ ਕਲੀਅਰ ਕਰਦੇ ਹਾਂ ਵੀ ਜਦੋਂ ਵੀ ਤੁਸੀਂ ਮਤਲਬ ਤੁਹਾਡਾ ਟ੍ਰੀਟਮੈਂਟ ਐਂਡ ਹੋ ਜਾਏਗਾ, ਅਸੀਂ ਅੱਧਾ ਘੰਟਾ ਜਾਂ 1 ਘੰਟਾ ਤੁਹਾਡੀ ਇੱਕ ਡਿਫਰੈਂਟ ਕਾਉਂਸਲਿੰਗ ਹੋਏਗੀ। ਅਸੀਂ ਉਹਦੇ 'ਚ ਤੁਹਾਨੂੰ ਸਾਰਾ ਕੁਝ ਦੱਸਾਂਗੇ। ਤੁਸੀਂ ਪੀਜ਼ੇ ਵੀ ਖਾਣੇ ਆ, ਤੁਸੀਂ 버ਗਰ ਵੀ ਖਾਣੇ ਆ, ਤੁਸੀਂ ਭਟੂਰੇ ਵੀ ਖਾਣੇ ਆ, ਤੁਸੀਂ ਆਈਸਕ੍ਰੀਮ ਵੀ ਖਾਣੀ ਹੈ, ਬਟ ਉਹਨੂੰ ਕਿਵੇਂ ਮੈਨੇਜ ਕਰਨਾ ਹੈ। ਖਾਣਾ ਸਾਰਾ ਕੁਝ ਹੈ ਵੀ ਤੁਹਾਡਾ weight ਵਧੇ ਵੀ ਨਾ, ਪਰ ਤੁਹਾਡੀ ਉਹਨੂੰ ਮੈਨੇਜ ਕਿਵੇਂ, ਇਹ ਸਾਡੀ ਲਾਸਟ ਇੱਕ ਕਲਾਸ ਹੁੰਦੀ ਹੈ ਹਰੇਕ ਪੇਸ਼ੈਂਟ ਦੇ ਨਾਲ ਅਸੀਂ ਉਹ ਦਿੰਦੇ ਹਾਂ। ਤੇ ਇਹ ਥੋੜੀ ਜਿਹੀ ਸਾਡੇ ਕੋਲ weight ਘਟਾ ਕੇ ਗਿਆ ਤਾਂ ਪੀਜ਼ੇ 버ਗਰ ਨਹੀਂ ਖਾ ਸਕਦਾ। ਸਰ ਇੰਨੇ ਹੋਟਲ ਰੈਸਟੋਰੈਂਟ ਖੁੱਲੇ ਕਾਹਦੇ ਵਾਸਤੇ ਖੁੱਲਦੇ ਪਏ ਆ? ਇੱਕ ਕਾਫੀ ਸਵਾਲ ਹੋ ਰਿਹਾ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਚੈਨਲ ਨੂੰ, ਜੀ ਸਰ। 1 ਮਿੰਟ ਚ ਉਹਨਾਂ ਨੂੰ ਕੀ ਕਹੋਗੇ ਮੋਟਾਪੇ ਤੋਂ ਬਚਣਾ ਹੈ ਤਾਂ ਕੀ ਮਤਲਬ ਕਿਸ ਚੀਜ਼ ਦਾ ਫਾਰਮੂਲਾ ਨੂੰ ਅਡਾਪਟ ਕਰਨਾ? ਸਰ ਮੋਟਾਪੇ ਤੋਂ ਵਾਕਿਆ ਹੀ ਬਚਣਾ ਚਾਹੁੰਦੇ ਹੋ, ਪਹਿਲਾਂ ਤਾਂ ਤੁਸੀਂ ਆਪਣਾ ਫੂਡ ਲਾਈਫਸਟਾਈਲ ਦਾ ਟਾਈਮਿੰਗ ਸੈੱਟ ਕਰੋ, ਠੀਕ ਹੈ। ਅਗਰ ਤੁਹਾਨੂੰ ਲੱਗਦਾ ਹੈ ਅਗਰ ਤੁਸੀਂ ਮੋਟਾਪੇ ਤੋਂ ਵਾਕਈ ਬਚਣਾ ਚਾਹੁੰਦੇ ਹੋ, ਮਿੱਠੇ ਨੂੰ ਅਵੋਇਡ ਕਰੋ। ਜਿਹੜੀ ਆਪਣੀ ਫੈਟ ਬਣਦੀ ਹੈ ਉਹਦੇ 'ਚ 80 to 90% ਫੈਟ ਮਿੱਠੇ ਦੀ ਹੁੰਦੀ ਹੈ, ਠੀਕ ਹੈ। ਮਿੱਠੇ ਨੂੰ ਅਵੋਇਡ ਕਰੋ। ਆਇਲ ਫੂਡ ਕਦੀ ਵੀ ਇੰਨੀ ਫੈਟ ਨਹੀਂ ਬਣਾਉਂਦਾ। ਇੱਕ ਉਹ ਹੋ ਗਿਆ, ਜੰਕ ਫੂਡ ਹੋ ਗਿਆ। ਇੱਕ ਲਾਈਫਸਟਾਈਲ ਆਪਣਾ ਥੋੜਾ ਜਿਹਾ ਵਰਕਿੰਗ ਰੱਖੋ, ਸੈਰ ਕਰਿਆ ਕਰੋ, ਐਕਸਰਸਾਈਜ਼ ਕਰੋ, ਛੋਟੀ ਮੋਟੀ ਜਿੰਨੀ ਵੀ ਆਪਾਂ ਕਰ ਸਕਦੇ ਹਾਂ। ਅਗਰ ਤੁਸੀਂ ਓਵਰ ਈਟ ਅੱਜ ਸਪੋਜ਼ ਕੀਤਾ ਹੈ ਕਿਸੇ ਫੰਕਸ਼ਨ ਦੇ, ਅੱਜ ਮੈਂ ਮੈਰਿਜ ਅਟੈਂਡ ਕੀਤੀ, ਅੱਜ ਮੈਂ ਓਵਰ ਈਟ ਕਰ ਲਿਆ, ਖਾਣਾ ਜ਼ਿਆਦਾ ਖਾ ਲਿਆ, ਕੱਲ੍ਹ ਨੂੰ ਮੈਂ ਮੈਨੇਜ ਕਰ ਸਕਦਾ, ਮੈਂ ਘੱਟ ਖਾ ਕੇ ਜਾਂ 2 ਦਿਨ ਮੈਨੇਜ ਕਰ ਸਕਦਾ ਤੇ ਮੇਰਾ weight ਜਿਹੜਾ ਹੈਗਾ ਉਹ ਨਹੀਂ ਵਧੇਗਾ। ਇੱਕ ਇਹ ਚੀਜ਼ ਹੋ ਜਾਂਦੀ ਹੈ। ਬੇਸਿਕ ਇਹ ਹੈ ਵੀ ਬੱਚੇ ਜਦੋਂ ਵੀ 버ਗਰ ਖਾਂਦੇ ਆ ਜਾਂ ਪੀਜ਼ਾ ਖਾਂਦੇ ਆ, ਪੀਜ਼ਾ 버ਗਰ ਕਦੀ weight ਇੰਨਾ ਨਹੀਂ ਵਧਾਉਂਦੇ। ਜੰਕ ਫੂਡ ਦੀ ਮੈਂ ਤੁਹਾਡਾ ਸਵਾਲ ਦਾ ਜਵਾਬ ਦੇ ਰਿਹਾ। ਉਹਦੇ ਨਾਲ ਜਦੋਂ ਮੈਂ ਆਈਸਕ੍ਰੀਮ ਖਾਊਂਗਾ, ਜਦੋਂ ਮੈਂ ਨਾ ਕੋਲਡ ਡਰਿੰਕ ਲਊਂਗਾ, ਮੇਰਾ weight ਸਰ ਉਹਨੇ ਵਧਾਉਣਾ, ਕਿਉਂਕਿ ਉਹਦੇ ਸ਼ੂਗਰ ਹੈ। ਸ਼ੂਗਰ ਨੇ ਹੀ ਬੇੜਾ ਗਰਕ ਕਰਨਾ ਹੈ, ਸ਼ੂਗਰ ਨੇ ਹੀ ਫੈਟ ਪ੍ਰੋਡਿਊਸ ਜ਼ਿਆਦਾ ਕਰਨੀ ਹੈ। ਆਇਲ ਦੀ, ਘਿਓ ਦੀ, ਮਲਾਈ ਦੀ ਇੰਨੀ ਫੈਟ ਸੈਲੂਲਾਈਟ ਨਹੀਂ, ਕਿਉਂਕਿ ਉਹ ਮੂਵੇਬਲ ਫੈਟ ਹੁੰਦੀ ਹੈ। ਜਿਹੜੀ ਸ਼ੂਗਰ ਦੀ ਫੈਟ ਹੁੰਦੀ ਉਹ ਮੂਵੇਬਲ ਨਹੀਂ ਹੁੰਦੀ, ਉਹ ਸਟੇਬਲ ਹੁੰਦੀ ਹੈ। ਜਿਹੜੀ ਓਬੀਸ 'ਚ ਪ੍ਰੋਬਲਮ ਬੰਦਾ ਫਸ ਗਿਆ ਹੈ, ਉਹਦਾ ਤੇਜ਼ੀ ਨਾਲ ਜਿਹੜਾ weight ਵੱਧਦਾ ਉਹ ਸ਼ੂਗਰ ਦੀ ਵਜ੍ਹਾ ਨਾਲ ਨਹੀਂ ਵੱਧਦਾ। ਇੱਕ ਸਿਰ ਆਪਣੇ ਕਲੀਨਿਕ ਬਾਰੇ ਦੱਸ ਦਿਓ, ਕਿੱਥੇ ਕਲੀਨਿਕ ਹੈ, ਅੱਜ ਜਿਹੜਾ ਤੁਸੀਂ ਓਪਨ ਕੀਤਾ ਹੈ, ਪ੍ਰੋਪਰ ਐਡਰੈਸ? ਸਰ ਇਹ ਸਾਡਾ ਹੈ 117 ਪਲਾਜ਼ਾ ਸੈਕਟਰ ਬਣਿਆ, ਇਹ ਉਹਦੇ ਵਿੱਚ ਹੈ। ਪਲੱਸ ਇਹਦੇ ਵਿੱਚ ਕੋਈ ਛੱਜੂ ਮਾਜਰਾ ਚੌਂਕ ਹੈ, ਉਹਦਾ ਮਤਲਬ ਡੈਸਟੀਨੇਸ਼ਨ ਅਸੀਂ ਦੱਸਦੇ ਹਾਂ ਕਲਾਇੰਟ ਨੂੰ ਵੀ ਉਸ ਜਗ੍ਹਾ 'ਤੇ ਤੁਸੀਂ ਆਉਣਾ ਹੈਗਾ। 117 ਮੋਹਾਲੀ ਦੇ ਵਿੱਚ ਹੈ ਜੀ। ਤੇ ਹੁਣ ਅਸੀਂ ਫਿਊਚਰ ਦੇ ਵਿੱਚ ਚੰਡੀਗੜ੍ਹ, ਪੰਚਕੂਲਾ 'ਚ ਵੀ ਅਸੀਂ ਕੋਸ਼ਿਸ਼ ਹੈ ਇਸ ਸਾਲ ਦੇ ਵਿੱਚ ਅਸੀਂ 2 ਬ੍ਰਾਂਚਸ ਹੋਰ ਖੋਲ੍ਹਣ ਜਾ ਰਹੇ ਹਾਂ ਜੀ, ਆਪਣੇ ਚੰਡੀਗੜ੍ਹ ਤੋਂ ਇਹਦੇ ਵਿੱਚ ਵੀ। ਤੇ ਕੋਸ਼ਿਸ਼ ਅਸੀਂ ਅੰਮ੍ਰਿਤਸਰ ਵੀ ਬ੍ਰਾਂਚਸ ਖੋਲ੍ਹ ਰਹੇ ਹਾਂ, ਬਠਿੰਡਾ ਵੀ ਖੋਲ੍ਹ ਰਹੇ ਹਾਂ, ਹੋਰ ਸ਼ਹਿਰਾਂ ਦੇ ਕਾਫੀ ਨੰਬਰ ਸਾਡਾ ਇਸ ਸਾਲ ਉਮੀਦ ਹੈ ਵੀ 10 ਤੋਂ 12 ਬ੍ਰਾਂਚਸ ਪੰਜਾਬ ਵਿੱਚ ਖੋਲ੍ਹਣ ਦੀ ਪਲਾਨ ਕਰਕੇ ਬੈਠੇ ਹਾਂ। ਅਗਰ ਪ੍ਰਮਾਤਮਾ ਨੇ ਚਾਹਿਆ ਤਾਂ ਅਸੀਂ ਇਸ ਸਾਲ ਜ਼ਰੂਰ ਖੋਲ੍ਹਾਂਗੇ।